तुमरी महिमा वर्णन न सको। तू ठाकुर तुझ भगवाना, सिखो शब्द प्यारे हो। जन्म मरण की टेक मुख उज्जवल सदा सुखी। नानक सिमरत एक धरती अनेक टेक तो। लह बिडानी आस नानक नाम ध्याईऐ। कार्य रास ज्यों बुलावै त्यों बुला स्वामी। कुदरत कवन हमारी, साध संग नानक जस गायो। जो प्रभु की अत प्यारी, ऐसी लाल तुझ बिन कौन करे। गरीब निवाज गोसाइया मेरा, माथे छत्र धरै। जाकी जोत जगत को लगे, तापर तू ही डरै। नीचे पूज करे मेरा गोविंद, कहूँ ते ना डरै। जाकी जोत जगत को लगे, तापर तू ही डरै। नीचे ऊंच करे मेरा गोविंद, कहूँ ते ना डरै। धन धन शब्द गुरु श्री गुरु ग्रंथ साहिब जी महाराज ਨੂੰ ਦਿਨਾਂ ਦੀ ਪਾਵਨ ਪਵਿੱਤਰ ਵਾਰ ਕੋਲ ਵਿੱਚ ਜੁੜ ਬੈਠੇ ਅਤੀ ਸਤਿਕਾਰਯੋਗ ਸਾਧ ਸੰਗੀ ਜਨ। ਆਪ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਬਹੁਤ ਹੀ ਸਤਿਕਾਰਯੋਗ ਬਾਬਾ ਜੀ ਦੇ ਪਾਸੋਂ ਆਪ ਜੀ ਨੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਪਾਠ ਸ਼ਰਵਣ ਕੀਤੇ ਹਨ। ਆਓ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਵਿਚਾਰ ਇਤਿਹਾਸ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਸਾਰੇ ਸਤ ਸੰਗੀ ਜਨ ਕਰੋ ਕਿਰਪਾ, ਕੋਈ ਵੀ ਰਸਨਾ ਗੁਰਫਤਿਹ ਤੋਂ ਬਾਕੀ ਨਾ ਰਹੇ। ਇੱਕੇ ਵਾਰ ਕਹਿਣ ਤੇ ਅਸੀਸ ਬਖਸ਼ ਕਰੋ, ਗੱਜ ਕੇ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੋ ਆਪਾਂ ਕੱਲ੍ਹ ਇੱਕ ਸ਼ਬਦ ਦੀ ਵਿਚਾਰ ਕਰ ਰਹੇ ਸੀ, ਜੋ ਕਿ ਸ਼ਬਦ ਤਿਲੰਗ ਰਾਗ ਦਾ ਸ਼ਬਦ ਹੈ। ਭਗਤ ਕਬੀਰ ਸਾਹਿਬ ਜੀ ਦੀ ਉਹਨਾਂ ਦੀ ਅੰਮ੍ਰਿਤਮਈ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਹੈ। ਅੱਜ ਆਪਾਂ ਇਹ ਸਾਰੇ ਸ਼ਬਦ ਦੀ ਵਿਚਾਰ ਕਰਨੀ ਹੈ। ਇਹ ਤਿਲੰਗ ਰਾਗ ਦਾ ਸ਼ਬਦ ਹੈ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬੀਰ ਕਤੇ ਵਿਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਟੁਕਦਮ ਕਰਾਰੀ ਜੋ ਕਰੋ, ਹਾਜ਼ਰ ਹਜੂਰ ਖੁਦਾਏ ਬੰਦੇ। खोज दिल हर रोज ना फिर परेशानी माहे। ये जो दुनिया सेहत मेला दस्तगिरी नाहे। द्रोग पढ़ पढ़ खुशी होई, बेखबर बात बकाए। हक सच खालक खालक म्याने श्याम मूर्त नाहे। अगे अगे जिहड़ा वचन है जी, आसमान म्याने लहंग करियां, गुसल करदन बूद। कर फकर दायम लाए, चश्मे जय तहाँ मौजूद। अल्लाह पाक नूं पाक है, सक करो जे दूसर होए। कबीर कर्म करीम का ओ करे जाने सोए। ये पूरा शब्द है जी। इस शब्द दी आपां ने बैठ के विचारा करनी है। शब्द का रहाव का बंद है बंदे, खोज, नाल क्या दिल, नाल क्या हर रोज। एक दिन नहीं जी, जो रोटी रोजाना खाने ना,
2 ਟਾਈਮ ਖਾਂਦੇ ਹਾਂ, 3 ਟਾਈਮ ਖਾਂਦੇ ਹਾਂ। ਅਤੇ ਸੱਜਣਾ ਇੱਕ ਗੱਲ ਚੇਤੇ ਰੱਖੀ, ਆਪਣੇ ਦਿਲ ਦੀ ਖੋਜ ਵੀ ਰੋਜ਼ਾਨਾ ਕਰਨੀ ਹੈ। ਆਖੋ ਸਤਿਨਾਮ। ਇੱਥੇ ਇਹ ਨਹੀਂ ਹੈਗਾ ਵੀ ਮਹੀਨੇ 'ਚ ਇੱਕ ਦਿਨ ਆ ਗਿਆ ਸੰਗਰਾਂਦ ਵਾਲੇ ਦਿਨ, ਇੱਦਾਂ ਦੀ। ਮੈਂ ਬਹੁਤ ਵਾਰ ਬੇਨਤੀ ਕਰੀ ਹੈ, ਜੇ ਬੱਚਾ ਇੱਕ ਦਿਨ ਸਕੂਲ ਜਾਵੇ ਮਹੀਨੇ 'ਚੋਂ, ਸਰਟੀਫਿਕੇਟ ਨਹੀਂ ਮਿਲਦਾ ਪਾਸ ਦਾ, ਅਤੇ ਮੁਲਾਜ਼ਮ 30 ਦਿਨ ਗੈਰ ਹਾਜ਼ਰ ਰਹੇ ਅਤੇ ਇੱਕ ਦਿਨ ਜਾਏ, ਤਨਖਾਹ ਨਹੀਂ ਮਿਲਦੀ। ਰੋਜ਼ਾਨਾ ਦੀ ਗੱਲ ਹੈ ਜੀ, ਮੈਂ ਬੇਨਤੀ ਕਰ ਰਿਹਾ। ਅਤੇ ਬਾਬਾ ਜੀ ਕੀ ਕਹਿੰਦੇ, ਬੰਦੇ ਖੋਜ, ਇੱਕ ਗੱਲ ਦੀ ਖੋਜ ਕਰ। ਇੱਕ ਗੱਲ ਚੇਤੇ ਰੱਖ ਲੈਣਾ ਜੀ, ਬੰਦੇ ਨੇ ਬੜਾ ਕੁਛ ਖੋਜ ਲਿਆ, ਇੱਥੋਂ ਤੱਕ ਪਰਮਾਣੂ ਬਣਾ ਦਿੱਤਾ ਖੋਜ ਕਰਕੇ ਵਿਗਿਆਨੀਆਂ ਨੇ। ਵੇਖੋ, ਮਨੁੱਖਤਾ ਦੀ ਤਬਾਹੀ ਕਰਨ ਵਾਸਤੇ ਤਿਆਰ ਕਰਕੇ ਰੱਖੇ ਪਏ ਆ। ਜਿੱਦੇ ਚੱਲ ਗਿਆ ਤਬਾਹੀ ਨਾਲ ਦੀ ਨਾਲ। ਬੰਦੇ ਨੇ ਬਹੁਤ ਕੁਝ ਖੋਜ ਲਿਆ, ਪਰ ਜੇ ਬੰਦੇ ਨੇ ਖੋਜਿਆ ਨਹੀਂ ਤਾਂ ਆਪਣਾ ਅੰਦਰ ਨਹੀਂ ਖੋਜਿਆ। ਆਖੋ ਸਤਿਨਾਮ। ਜੇ ਕਿਤੇ ਹਰ ਬੰਦਾ ਗੁਰਬਾਣੀ ਦੇ ਆਖੇ ਲੱਗ ਕੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਪੜ੍ਹ ਕੇ, ਇਹਦੀ ਵਿਚਾਰ ਕਰਕੇ, ਗੁਰੂ ਤੋਂ ਗਿਆਨ ਲੈ ਕੇ, ਜੋ ਗੁਰੂ ਕਰਨ ਵਾਸਤੇ ਕੰਮ ਕਹਿੰਦਾ ਨਾ, ਜੇ ਕਿਤੇ ਉਹ ਕੰਮ ਕਰ ਲਵੇ, ਬੱਚੇ ਦੀਆਂ ਪਰੇਸ਼ਾਨੀਆਂ ਦੂਰ ਤੇ ਧਰਤੀ ਸਵਰਗ ਬਣ ਸਕਦੀ ਹੈ। ਧਰਤੀ ਤੇ ਪਰ ਗਲਤ ਹੋ ਗਿਆ ਕੰਮ। ਤੁਹਾਨੂੰ ਪਤਾ ਵੀ, ਮੈਂ ਕੱਲ੍ਹ ਵੀ ਬੇਨਤੀ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਕੱਲੇ ਅਸੀਂ ਚੌਰ ਸਾਹਿਬ ਚਲਾਉਂਦੇ ਹਾਂ, ਰੁਮਾਲੇ ਪਾਉਂਦੇ ਹਾਂ, ਮੱਥੇ ਟੇਕਦੇ ਹਾਂ, ਸਹਿਜ ਪਾਠ ਕਰਦੇ ਹਾਂ, ਅਖੰਡ ਪਾਠ ਕਰਾਉਂਦੇ ਹਾਂ। ਜਦੋਂ ਗੱਲ ਗੁਰਬਾਣੀ ਦੀ ਵਿਚਾਰ ਦੀ ਆਉਂਦੀ ਹੈ ਨਾ, ਉਦੋਂ ਬਿਰਲੇ ਨੇੜੇ ਆਉਂਦੇ, ਦੂਜੇ ਸਾਰੇ ਭੱਜ ਜਾਂਦੇ ਆ। ਆਖੋ ਸਤਿਨਾਮ। ਗੱਲ ਜਦੋਂ ਅਸੀਂ ਵਿਚਾਰ ਨਹੀਂ ਕਰਾਂਗੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ। ਸ਼ਬਦ ਪੜ੍ਹੀ ਚੱਲੋ ਤੁਸੀਂ, ਫਾਰਸੀ ਦਾ ਸ਼ਬਦ ਹੈ, ਪਤਾ ਹੀ ਨਹੀਂ ਲੱਗੇਗਾ ਤੁਹਾਨੂੰ ਕੀ ਕਹਿੰਦਾ, ਕੀ ਕਹਿ ਰਹੇ ਨੇ। ਅਤੇ ਦੇਖੋ ਜੀ, ਬਾਬਾ ਜੀ ਕਹਿਣ ਲੱਗੇ ਨਾ, ਬੰਦੇ ਖੋਜ ਦਿਲ ਹਰ ਰੋਜ਼। ਜੇ ਤੂੰ ਆਪਣੇ ਦਿਲ ਦੀ ਭਾਵ ਆਪਣੇ ਜੀਵਨ ਦੀ ਸਵੈ ਪੜਚੋਲ ਕਰ ਲਵੇਂ, ਆਪਣੇ ਜੀਵਨ ਦੀ ਪੜਚੋਲ ਬੰਦੇ ਨੇ ਆਪ ਨੇ ਕਰਨਾ ਜੀ। ਮੈਨੂੰ ਇਹ ਪਤਾ ਮੇਰਾ ਦਿਲ ਕੀ ਕਹਿੰਦਾ, ਮੇਰਾ ਦਿਲ ਕੀ ਕਰਦਾ, ਕਿਹਦੇ ਬਾਰੇ ਕੀ ਸੋਚਦਾ ਹੈ, ਤੁਹਾਨੂੰ ਆਪਣੇ ਦਿਲ ਬਾਰੇ ਪਤਾ ਹੈ। ਗੁਰੂ ਜੀ ਕਹਿਣ ਲੱਗੇ, ਆਪਣੇ ਅੰਦਰ ਝਾਤੀ ਮਾਰੋ, ਭਾਵ ਆਪਣੀ ਪੀੜੀ ਥੱਲੇ ਸੋਟਾ ਫੇਰੋ। ਆਖੋ ਸਤਿਨਾਮ। ਬੰਦੇ ਖੋਜ ਦਿਲ ਹਰ ਰੋਜ਼। ਨਾਲ ਗੁਰੂ ਜੀ ਨੇ ਕਿਹਾ, ਨਾ ਫੇਰ ਪਰੇਸ਼ਾਨੀ ਮਾਹੇ। ਜੇ ਕਿਤੇ ਤੈਨੂੰ ਆਪਣੇ ਆਪੇ ਦੀ ਪੜਚੋਲ ਕਰਨੀ ਆ ਗਈ ਨਾ, ਪਰੇਸ਼ਾਨੀਆਂ ਨਹੀਂ ਆਉਣਗੀਆਂ ਜੀਵਨ 'ਚ, ਬਿਲਕੁਲ ਵੀ ਪਰੇਸ਼ਾਨ ਨਹੀਂ ਹੋਵੇਗਾ। ਕਿਉਂਕਿ ਜਦੋਂ ਬੰਦੇ ਨੇ ਆਪਣੇ ਆਪੇ ਦੀ ਪੜਚੋਲ ਕਰ ਲਈ, ਬੰਦਾ ਗਲਤ ਕੰਮ ਕਰਦਾ ਹੀ ਨਹੀਂ, ਗਲਤ ਰਸਤੇ 'ਤੇ ਤੁਰਦਾ ਹੀ ਨਹੀਂ। ਜਿਹੜਾ ਬੰਦਾ ਗਲਤ ਰਸਤੇ 'ਤੇ ਨਹੀਂ ਤੁਰਦਾ, ਗਲਤ ਕੰਮ ਨਹੀਂ ਕਰਦਾ, ਉਹਦੇ ਰਸਤੇ ਵਿੱਚ ਪਰੇਸ਼ਾਨੀਆਂ ਨਹੀਂ ਆਉਂਦੀਆਂ, ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਨੇ। ਅਤੇ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਅਸੀਂ ਤਾਂ ਪਰੇਸ਼ਾਨੀਆਂ ਪਖੰਡੀਆਂ ਤੋਂ ਦੂਰ ਕਰਾਉਣਾ ਚਾਹੁੰਦੇ ਹਾਂ। ਅਤੇ ਕਬੀਰ ਸਾਹਿਬ ਸਾਨੂੰ ਕਹਿੰਦੇ, ਬਈ ਤੁਹਾਡੀ ਪਰੇਸ਼ਾਨੀ ਤੁਸੀਂ ਦੂਰ ਕਰਨੀ ਹੈ, ਬੈਠੋ ਸਮਝਾਵਾਂ ਤੁਹਾਨੂੰ, ਬੈਠੋ, ਆਓ, ਆਪਣੀ ਪਰੇਸ਼ਾਨੀ ਆਪ ਦੂਰ ਕਰਨੀ ਹੈ, ਕੋਈ ਹੋਰ ਨਹੀਂ ਕਰੇਗਾ ਤੁਹਾਡੀ ਪਰੇਸ਼ਾਨੀ ਨੂੰ ਦੂਰ। ਅਤੇ ਹੁਣ ਦੇਖੋ ਜੀ, ਤਰੀਕਾ ਦੱਸਦੇ ਆ ਵੀ ਆਪਣੇ ਅੰਦਰ ਝਾਤੀ ਮਾਰੋ, ਤੁਸੀਂ ਕੀ ਕਰਦੇ ਹੋ, ਕੀ ਖਾਂਦੇ ਹੋ, ਕੀ ਪੀਂਦੇ ਹੋ, ਕਿੱਥੇ ਜਾਂਦੇ ਹੋ, ਕਿੱਥੇ ਬਹਿੰਦੇ ਹੋ, ਕੀ ਕਰਦੇ ਹੋ, ਕੀ ਨਹੀਂ। ਆਪਣੇ ਅੰਦਰ ਪਰ ਝਾਤੀ ਮਾਰੋ। ਬੰਦੇ ਖੋਜ ਦਿਲ ਹਰ ਰੋਜ਼, ਨਾ ਫੇਰ ਪਰੇਸ਼ਾਨੀ ਮਾਹੇ। ਅਤੇ ਨਾਲ ਅੱਗੇ ਕਿਹਾ ਜੀ, ਇਹ ਜੋ ਦੁਨੀਆ ਸਿਹਰ ਮੇਲਾ, ਆਹ ਜਿਹੜੀ ਦੁਨੀਆ 'ਚ ਰਹਿਣਾ ਹੈ, ਜਾਦੂਗਰੀ ਦਾ ਤਮਾਸ਼ਾ ਹੈ। ਜਿਵੇਂ ਤਮਾਸ਼ਾ ਸੱਚਾ ਨਹੀਂ ਹੁੰਦਾ, ਉਹ ਇਹ ਸੁਪਨਾ ਹੈ ਜੱਗ, ਇਹ ਜੱਗ ਤੇ ਸੁਪਨਾ ਹੈ। ਇਹਦਾ ਸੁਪਨੇ ਦੀ ਨਿਆਈਆਂ ਰੇ ਨਾਰੇ ਸਾਚੀ ਜੀ ਧਾਰ। 9ਵੇਂ ਪਾਤਸ਼ਾਹ ਦਾ ਬਚਨ ਹੈ ਜੀ, ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਦ ਲਗਤ ਨ ਬਾਰ। ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ। ਓਏ ਸੱਜਣਾ, ਇਹ ਤਾਂ ਰੇਤੇ ਦੀ ਕੰਧ ਹੈ ਸੰਸਾਰ, ਅਤੇ ਰੇਤੇ ਦੀ ਕੰਧ ਕਿੰਨਾ ਕੁ ਚਿਰ ਖੜ ਸਕਦੀ ਹੈ ਜੀ? ਕਿਉਂ ਜੀ, ਖੜ ਸਕਦੀ ਹੈ? ਬਿਲਕੁਲ ਨਹੀਂ ਖੜਦੀ। 2 ਹਵਾ ਦੇ ਵੱਡੇ ਝੌਂਕੇ ਵੱਜਣ ਤਾਂ ਡਿੱਗ ਜਾਂਦੀ ਹੈ, 2 ਪਾਣੀ ਦੀਆਂ ਲਹਿਰਾਂ ਇੱਕ ਵੀ ਨਹੀਂ ਚੱਲਦੀ। ਇਸੇ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਤੂੰ ਇਹੋ ਜਿਹੇ ਸੰਸਾਰ ਵਿੱਚ ਰਹਿੰਦਾ ਹੈ, ਜਿਸ ਸੰਸਾਰ ਦੇ ਅੰਦਰੋਂ ਸੱਜਣਾ ਤੇਰੇ ਹੱਥ ਪੱਲੇ ਕੁਝ ਵੀ ਨਹੀਂ ਆਉਣ ਵਾਲਾ, ਕੁਛ ਵੀ ਨਹੀਂ ਆਉਣ ਵਾਲਾ। ਇੱਕੋ ਹੀ ਚੀਜ਼ ਹੱਥ ਪੱਲੇ ਆਉਣ ਵਾਲੀ ਹੈ, ਜੇ ਤੂੰ ਗੁਰਬਾਣੀ ਪੜ੍ਹ ਕੇ, ਸੇਵਾ ਕਰਕੇ, ਆਪਣੇ ਆਪੇ ਦੀ ਪੜਚੋਲ ਕਰਕੇ, ਪਰਮਾਤਮਾ ਦੇ ਗੁਰੂ ਵੱਲੋਂ ਦੱਸੇ ਹੋਏ ਰੱਬੀ ਰਾਹ 'ਤੇ ਤੁਰੇਗਾ, ਇਹ ਬਿਲਕੁਲ ਤੇਰਾ ਆਪਣਾ ਹੈ, ਤੇਰੇ ਨਾਲ ਜਾਏਗੀ। ਆਖੋ ਸਤਿਨਾਮ। ਉਸ ਕੰਮ ਤੋਂ ਬੰਦਾ ਬੇਖਬਰ ਹੈ। ਆ ਤੁਸੀਂ ਇੱਥੇ ਨਾ ਜਿਹੜਾ ਆਪਾਂ ਅੱਗੇ ਪੜ੍ਹਾਂਗੇ ਨਾ ਸ਼ਬਦ, ਤੁਸੀਂ ਉੱਥੇ ਵੀ ਦੇਖਿਓ, ਉੱਥੇ ਸਾਡੇ ਵਰਗਿਆਂ ਦੀ ਗੱਲ ਕੀਤੀ ਹੋਈ ਹੈ, ਸਭ ਮੇਰੇ ਵਰਗਿਆਂ ਦੀ, ਸਾਰਿਆਂ ਦੀ।
ਕਹਿਣ ਲੱਗੇ ਵੀ ਸੱਜਣਾ ਤੈਨੂੰ ਇਸ ਕਰਕੇ ਕਹਿਣਾ ਵੀ ਇਹ ਦੁਨੀਆ ਜਾਦੂਗਰੀ ਦਾ ਮੇਲਾ ਹੈ। ਪਤਾ ਨਹੀਂ ਇਹ ਮੇਲਾ ਕਿਸੇ ਦਾ ਘੰਟੇ ਦਾ ਹੁੰਦਾ ਜੀ, ਕਿਸੇ ਦਾ 2 ਘੰਟਿਆਂ ਦਾ ਹੁੰਦਾ, ਕੋਈ 2 ਦਿਨ ਰਹਿ ਸਕਦਾ, ਕੋਈ 5 ਦਿਨ ਰਹਿ ਸਕਦਾ, 10 ਦਿਨਾਂ ਦਾ ਮੇਲਾ ਹੋ ਸਕਦਾ। ਅਕਸਰ ਤਾਂ ਮੇਲੇ ਨੇ ਵਿਜੜਨਾ ਹੀ ਹੈ ਜੀ। ਆਪਾਂ ਮੇਲੇ ਵਿੱਚ ਆਏ ਹੋਏ ਹਾਂ, ਆਪਾਂ ਇੱਥੋਂ ਚਲੇ ਜਾਣਾ ਜੀ, ਵਿਜੜ ਜਾਣਾ, ਇੱਕ ਦਿਨ ਉੱਜੜ ਜਾਏਗਾ, ਉੱਧਰ ਸਾਰਾ ਕੁਛ ਖਤਮ ਹੋ ਜਾਏਗਾ। ਤੇ ਸਤਿਗੁਰੂ ਜੀ ਹੁਣ ਕਹਿਣ ਲੱਗੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫੇਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੁਣ ਪਹਿਲੀ ਆਪਾਂ ਲਿਖੇ ਜੀ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਤੇ ਨਾਲ ਅੱਗੇ ਜਿਹੜੀ ਗੱਲ ਕਹੀ ਨਾ ਅੱਗੇ, ਉਹ ਬੜੀ ਪਿਆਰੀ ਹੈ, ਸਮਝ ਪਏ। ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ। ਦੇਖੋ ਹੁਣ ਇੱਥੇ ਗੱਲ ਕੀਤੀ ਹੈ ਜੀ ਵੇਦ, ਹਿੰਦੂ ਧਾਰਮਿਕ ਗ੍ਰੰਥਾਂ ਨੂੰ ਕਹਿੰਦੀ ਹੈ ਜੀ ਵੇਦ। ਕਤੇਬ ਮੁਸਲਮਾਨੀ ਜਿੰਨੇ ਤਾਂ ਮਤਲਬ ਧਾਰਮਿਕ ਗ੍ਰੰਥ ਹੈ, ਕੁਰਾਨ ਹੈ, ਸ਼ਰੀਫ ਹੈ, ਉਹਨਾਂ ਦੀ ਗੱਲ ਕੀਤੀ ਹੈ ਜੀ ਗੁਰੂ ਸਾਹਿਬ ਨੇ। ਕਹਿਣ ਲੱਗੇ ਠੀਕ ਹੈ ਸੱਜਣਾ, ਵੇਦ ਕਤੇਬ ਇਫਤਰਾ ਭਾਈ, ਤੁਸੀਂ ਵੇਦਾਂ ਦਾ ਪਾਠ ਕਰ ਲਿਆ, ਤੁਸੀਂ ਕੁਰਾਨ ਸ਼ਰੀਫ ਦਾ ਪਾਠ ਕਰ ਲਿਆ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰ ਲਿਆ। ਜੋ ਪਾਠ ਦੇ ਵਿੱਚ ਗੁਰੂ ਦੱਸਦਾ ਹੈ, ਜੋ ਪਾਠ ਦੇ ਵਿੱਚ ਧਾਰਮਿਕ ਗ੍ਰੰਥ ਸਿੱਖਿਆ ਦਿੰਦੇ ਆ, ਕਮਾਉਣ ਵਾਸਤੇ ਕਹਿੰਦੇ ਆ, ਜੇ ਉਹ ਕਮਾਇਆ ਨਹੀਂ ਨਾ ਤੇ ਸੱਜਣਾ ਕੁਛ ਵੀ ਪੱਲੇ ਨਹੀਂ ਪੈਣਾ। ਆਖੋ ਸਤਨਾਮ, ਫਿਰ ਕੁਛ ਵੀ ਨਹੀਂ। ਵੇਦ ਕਤੇਬ ਇਫਤਰਾ ਭਾਈ, ਇਸ ਤਰ੍ਹਾਂ ਭਾਈ ਦਿਲ ਕਾ ਫਿਕਰ ਨਾ ਜਾਏ, ਅੰਦਰੋਂ ਫਿਕਰ ਝੋਰੇ ਸਹਿਮ ਡਰ ਦੂਰ ਨਹੀਂ ਹੋਣਗੇ। ਕੀ ਕਰਨਾ ਪਵੇਗਾ? ਨਾਲ ਇੱਦਾਂ ਲਿਖਿਆ ਜੀ ਕਬੀਰ ਸਾਹਿਬ ਨੇ, ਟੁਕਦਮ, ਟੁਕ ਮੈਨੇ ਹੁੰਦਾ ਜੀ ਬਿਲਕੁਲ ਥੋੜ੍ਹਾ ਸਮਾਂ, ਰੱਤਾ ਕੁ ਸਮਾਂ, ਰੱਤੀ ਭਰ ਸਮਾਂ। ਟੁਕਦਮ ਦਮ ਦਾ ਅਰਥ ਦਾ ਸਮਾਂ। ਟੁਕਦਮ ਕਰਾਰੀ ਜੋ ਕਰੈ, ਤੁਸੀਂ ਜਿਹੜਾ ਇਨਸਾਨ ਵੇਦਾਂ ਦਾ ਪਾਠ ਕਰਕੇ, ਕਤੇਬਾਂ ਦਾ ਪਾਠ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਜਿਹੜਾ ਭਜਨ ਬੰਦਗੀ ਕਰਦਾ ਹੈ, ਟੁਕ ਦਮ ਕਰਾਰੀ ਜੋ ਕਰੋ ਹਾਜ਼ਰ, ਹਾਜ਼ਰ ਹਜ਼ੂਰ ਖੁਦਾਏ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਗਿਆਨ ਲੈ ਕੇ ਜਿਹੜਾ ਸਿਮਰਨ ਕਰਦਾ ਹੈ ਤੇ ਰੱਬੀ ਰਾਹ ਦੇ ਉੱਤੇ ਤੁਰਦਾ ਹੈ, ਸੇਵਾ ਕਰਦਾ ਹੈ, ਤੇ ਐ ਸਮਝ ਲਈ ਸੱਜਣਾ ਥੋੜ੍ਹੀ ਬੰਦਗੀ ਕੀਤੀ ਵੀ ਰੱਬ ਨੂੰ ਮਿਲਾ ਦਿੰਦੀ ਹੈ। ਆਖੋ ਸਤਨਾਮ, ਐ ਲਿਖਿਆ ਜੀ। ਤੇ ਨਹੀਂ ਤਾਂ ਫਿਰ ਮੇਰੇ ਵਰਗੇ ਡਾਇ ਤੇਰੇ ਦੀ ਤੇਰੇ ਦੀ ਇੱਧਰੋਂ ਭੋਗ ਪਾਇਆ, ਦੂਜੇ ਦੇ ਭੋਗ ਪਾਇਆ, ਤੀਜੇ ਦੇ ਭੋਗ ਪਾਇਆ, ਚੌਥੇ ਦੇ ਪੱਲੇ ਤੇ ਕੁਝ ਪਿਆ ਕੋਈ ਨਹੀਂ। ਆਖੋ ਸਤਨਾਮ। ਹਾਂਜੀ ਪੜ ਗੱਡੀ। ਹਾਂ ਦੇਖੋ, ਤੇ ਸਤਿਗੁਰੂ ਜੀ ਕਹਿਣ ਲੱਗੇ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਜਿੰਨੇ ਮਰਜ਼ੀ ਪਾਠ ਕਰੀ ਚੱਲਿਓ, ਜਿੰਨੀਆਂ ਮਰਜ਼ੀ ਕੋਤਰੀਆਂ ਕਰੀ ਚੱਲੋ, ਜਿੰਨੇ ਮਰਜ਼ੀ ਪੜ੍ਹੀ ਚੱਲਿਓ, ਇਹ ਵੀ ਗੱਲ ਚੇਤੇ ਰੱਖ ਲੈਣਾ, ਪੜ੍ਹਨ ਵਾਲਾ ਇਹ ਨਹੀਂ ਕਹਿ ਸਕਦਾ ਮੈਨੂੰ ਬਾਣੀ ਦੀ ਸਮਝ ਨਹੀਂ ਆਉਂਦੀ। ਇਹ ਵੀ ਗੱਲ ਮੈਂ ਗਰੰਟੀ ਕਰਦਾ। ਤੁਸੀਂ ਲਿਆਇਓ, ਕਿਹੜਾ ਬੰਦਾ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ, ਮੇਰੇ ਕੋਲ ਲਿਆਇਓ, ਪੁੱਛੋ ਉਹਨੂੰ ਵੀ ਤੁਹਾਨੂੰ ਸਮਝ ਨਹੀਂ ਆਉਂਦੀ। ਕੀ ਗੱਲ ਸਮਝ ਆਉਂਦੀ ਹੈ? ਕਮਾਉਣਾ ਬਹੁਤ ਔਖਾ ਜੀ, ਰੌਲਾ ਇਹ ਹੈ, ਕਮਾਉਣਾ ਬਹੁਤ ਔਖਾ ਹੈ। ਜੋ ਗੁਰੂ ਸਾਹਿਬ ਬਚਨ ਕਹਿੰਦੇ ਹੈ ਉਹਦੇ ਉੱਤੇ ਪਹਿਰਾ ਦੇਣਾ ਬਹੁਤ ਔਖਾ ਹੈ, ਕੋਈ ਬਿਰਲਾ ਭਾਗਾਂ ਵਾਲਾ ਪਹਿਰਾ ਦਿੰਦਾ। ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ। ਕਹਿਣ ਲੱਗੇ ਜੇ ਤੁਸੀਂ ਬੰਦਗੀ ਕਰੋਗੇ ਨਾ, ਸਿਮਰਨ ਕਰੋਗੇ ਤੇ ਸੇਵਾ ਕਰੋਗੇ, ਸਤਿਗੁਰੂ ਦੀ ਬਾਣੀ ਪੜ੍ਹੋਗੇ, ਵਿਚਾਰੋ। ਹਾਂ ਇਹਦਾ ਮਤਲਬ ਇਹ ਨਹੀਂ ਹੈ ਜੀ ਬਾਣੀ ਪੜ੍ਹਨੀ ਨਹੀਂ। ਹੁਣ ਜੇ ਵਿਚਾਰ ਕਰਨੀ ਹੈ ਪਹਿਲਾਂ ਸ਼ਬਦ ਤਾਂ ਪੜ੍ਹਨਾ ਹੀ ਪਊਗਾ ਨਾ, ਸ਼ਬਦ ਪੜ੍ਹਨਾ ਪਹਿਲਾਂ ਪੜ੍ਹਦੇ ਆ, ਉਸ ਤੋਂ ਵਿਚਾਰ ਕਰਦੇ ਆ। ਨੰਬਰ 3 ਤੇ ਮੰਨਣਾ ਹੁੰਦਾ ਜੀ। ਗਾਵੀਏ, ਸੁਣੀਏ, ਮਨ ਰੱਖੀਏ। ਬੋਲੋ ਜੀ ਮਨ ਰੱਖੀਏ। ਭਾਓ ਦੁੱਖ ਪਰ ਹਰ, ਬੋਲੋ ਦੁੱਖ ਪਰ ਹਰ ਸੁੱਖ ਘਰ ਲੈ ਜਾਏ। 3 ਕੰਮ ਕਰਨੇ ਨੇ। ਗਾਵੀਏ, ਸੁਣੀਏ, ਗਾਉਣੀ ਚਾਹੀਦੀ ਹੈ। ਨੰਬਰ 2 ਤੇ ਸੁਣਨੀ ਚਾਹੀਦੀ ਹੈ। ਤੇ ਨੰਬਰ 3 ਤੇ ਮਨ ਰੱਖੀਏ। ਭਾਓ ਜੋ ਬਚਨ ਸੁਣ ਲਏ ਹੈ, ਗੁਰੂ ਦੇ ਬਚਨ ਸੁਣ ਲਏ ਹੈ, ਉਹਨੂੰ ਆਪਣੇ ਮਨ ਵਿੱਚ ਟਿਕਾ ਕੇ ਰੱਖਣੇ ਹੁੰਦੇ, ਭਾਵ ਕਮਾਉਣੇ ਹੁੰਦੇ ਆ। ਮਨ ਰੱਖੀਏ ਭਾਓ ਦੁੱਖ ਪਰ ਹਰ, ਉਸ ਬੰਦੇ ਦੇ ਜੀਵਨ 'ਚੋਂ ਦੁੱਖ ਨਿਕਲ ਜਾਣਗੇ, ਸੁੱਖ ਘਰ ਲੈ ਜਾਏ, ਉਹ ਆਪਣੇ ਘਰੇ ਸੁੱਖ ਲੈ ਕੇ ਜਾਏਗਾ। ਆਖੋ ਸਤਨਾਮ। ਆਹ ਤਰੀਕੇ ਹੈ ਜੀ ਗੁਰੂ ਸਾਹਿਬ ਦੇ ਦੱਸੇ ਹੋਏ। ਤੇ ਗੁਰੂ ਸਾਹਿਬ ਕਹਿਣ ਲੱਗੇ ਨਾ ਥੋੜ੍ਹਾ ਸਮਾਂ ਵੀ ਬੰਦਗੀ ਕਰੋ, ਰੱਬ ਨੂੰ ਯਾਦ ਕਰੋ, ਤੁਹਾਨੂੰ ਪਰਮਾਤਮਾ ਨਾਲ ਮਿਲਾ ਦੇਵੇਗੀ। ਤੇ ਦੇਖੋ ਜੀ ਬੰਦੇ ਨੂੰ ਨਾ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਦੇ ਵਿੱਚ ਇੱਥੋਂ ਤੱਕ ਵੀ ਛੋੜ ਦਿੱਤੀ ਹੈ ਵੀ ਸੱਜਣਾ 24 ਘੰਟਿਆਂ ਦੇ ਵਿੱਚੋਂ ਨਾ ਕੁਝ ਸਮਾਂ ਹੀ ਆ ਜਾ। ਕਬੀਰ ਇੱਕ ਘੜੀ ਆधी घड़ी आधी हूते आद अद्धी जो भी अद्धी भगतन सेती गोस्ते भगतन भगत गुरु साहब
ਗੋਸ਼ਟ ਮੈਨੇ ਗੋਸ਼ਟ ਕਰਨੀ, ਬੈਠ ਕੇ ਵਿਚਾਰ ਕਰਨੀ। ਭਗਤਨ ਸੇਤੀ ਗੋਸ਼ਟ ਜਿਹੜੇ ਗੋਸ਼ਟ ਕਰਨਗੇ, ਗੁਰਬਾਣੀ ਦੀ ਵਿਚਾਰ ਕਰਨਗੇ, ਬੈਠ ਕੇ ਸੁਣਨਗੇ, ਜੋ ਕੀਨੋ ਸੋ ਲਾਭ। ਜਿਹੜੇ ਗੁਰਬਾਣੀ ਦੀਆਂ ਵਿਚਾਰਾਂ ਕਰਨਗੇ ਤੇ ਬੈਠ ਕੇ ਸੁਣਨਗੇ, ਭਾਵੇਂ ਥੋੜਾ ਸਮਾਂ ਸੁਣ ਲੈਣ। ਇੱਕ ਗੱਲ ਚੇਤੇ ਰੱਖਿਓ, ਤੁਹਾਡੀ ਝੋਲੀ ਦੇ ਵਿੱਚ ਐ ਸਮਝ ਲਓ ਲਾਭ ਖੱਟ ਕੇ ਜਾਓਗੇ, ਲਾਹਾ ਖੱਟ ਕੇ ਜਾਓਗੇ। ਜਿਹਨੂੰ ਬਾਣੀ ਕਹਿੰਦੀ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿ। ਲਾਹਾ ਲੈ ਕੇ ਜਾਏਗਾ ਸੱਜਣਾ, ਗੱਲ ਤਾਂ ਹੈ। ਗੁਰੂ ਸਾਹਿਬ ਕਹਿਣ ਲੱਗੇ ਵੀ ਸੱਜਣਾ 24 ਘੰਟੇ ਤੈਨੂੰ ਦਿੱਤੇ, ਉਹਦੇ ਵਿੱਚ ਖਾ ਪੀ, ਕੰਮ ਕਰ, ਸੌਂ, ਆਰਾਮ ਕਰ, ਪਰ ਕੁਝ ਸਮਾਂ ਕੱਢ। ਕਾਹਦੇ ਵਾਸਤੇ? ਉਹ ਜਿਸ ਰੱਬ ਨੇ ਤੈਨੂੰ ਜ਼ਿੰਦਗੀ ਦਿੱਤੀ, ਉਹ ਜਿਸ ਪਰਮਾਤਮਾ ਨੇ ਐਡਾ ਪਰਿਵਾਰ ਦਿੱਤਾ। ਧੰਨਵਾਦ ਕਰਿਆ ਕਰ ਸੱਚੇ ਪਾਤਸ਼ਾਹ, ਤੇਰਾ ਧੰਨਵਾਦ ਹੈ, ਸ਼ੁਕਰ ਹੈ। ਮੈਂ ਮਹਾਰਾਜ 5 ਮਿੰਟ 10 ਮਿੰਟ ਸਮੇਂ ਦਾ ਦਸਵੰਧ ਵੀ ਕੱਢਣਾ ਹੁੰਦਾ ਜੀ ਸਿੱਖ ਨੇ। ਜਿੱਥੇ ਆਪਾਂ ਮਾਇਆ ਦਾ ਦਸਵੰਧ ਕੱਢਦੇ ਹੈ, ਜਿੱਥੇ ਆਪਾਂ ਹੋਰ ਦਸਵੰਧ ਕੱਢਦੇ ਹਾਂ, ਉੱਥੇ ਸਮੇਂ ਦਾ ਦਸਵੰਧ ਵੀ ਕੱਢਣਾ ਹੁੰਦਾ। ਭਾਵ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠ ਕੇ ਨਾ ਇੱਦਾਂ ਬੈਠੇ ਆਪਾਂ ਹੁਣ, ਇੱਦਾਂ ਬੈਠ ਕੇ ਗੁਰਬਾਣੀ ਸੁਣਨੀ ਪੜ੍ਹਨੀ ਹੁੰਦੀ ਹੈ। ਤੇ ਸਤਿਗੁਰੂ ਜੀ ਕੀ ਕਹਿਣ ਲੱਗੇ? ਟੁਕ ਦਮ ਕਰਾਰੀ ਜੋ ਕਰੈ ਹਾਜ਼ਰ ਹਜ਼ੂਰ ਖੁਦਾਏ। ਕਹਿਣ ਲੱਗੇ ਜਿਸ ਬੰਦੇ ਨੇ ਥੋੜ੍ਹੇ ਸਮੇਂ ਵਾਸਤੇ ਵੀ ਰੱਬ ਨੂੰ ਚੇਤੇ ਕਰਿਆ ਤੇ ਰੱਬ ਨਾਲ ਮਿਲਾ ਦੂਗੀ ਬੰਦਗੀ। ਤੇ ਹੁਣ ਤੁਸੀਂ ਅੱਗੇ ਦੇਖੋ, ਅੱਗੇ ਚਲੋ ਰਹਾਉ ਦਾ ਬੰਦ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੀ ਰਹਾਉ। ਅੱਗੇ ਪਤਾ ਕੀ ਕਹਿੰਦੇ? ਅੱਗੇ ਮੇਰੇ ਵਰਗਿਆਂ ਦੀ ਗੱਲ ਕੀਤੀ। ਹੁਣ ਕਹਿੰਦੇ ਵੀ ਇਹ ਦਿਲ ਦੀ ਤਾਂ ਖੋਜ ਕਰਦੇ ਨਹੀਂ, ਪਤਾ ਕੀ ਕਰਦੇ? ਕੁੱਕੜਾਂ ਵਾਲੀ ਲੜਾਈ ਕਰਦੇ ਆ। ਕੁੱਕੜਾਂ ਦੀ ਲੜਾਈ ਤਾਂ ਆਪਾਂ ਵੇਖੀ ਹੈ ਸਾਰਿਆਂ ਨੇ। ਉਹ ਉਹਦੇ ਚੁੰਝ ਮਾਰਦਾ, ਉਹਦੇ ਚੁੰਝ ਮਾਰਦਾ, ਉਹਦੇ ਚੁੰਝ ਮਾਰਦਾ, ਉਹਦੇ ਚੁੰਝ ਮਾਰਦਾ, ਨਾ ਉਹਨੂੰ ਮਿਲਦਾ ਕੁਛ, ਨਾ ਉਹਨੂੰ ਮਿਲਦਾ। ਉਹ ਵੀ ਲਹੂ ਲਹਾਨ ਤੇ ਦੂਜਾ ਵੀ ਲਹੂ ਲਹਾਨ। ਅਖੀਰ ਦੇ ਉੱਤੇ ਲਹੂ ਲਹਾਨ ਹੋ ਕੇ ਐਨ ਚੁੱਪ ਕਰਕੇ ਬੈਠ ਜਾਂਦੇ ਆ, ਮਿਲਦਾ ਕੁਝ ਨਹੀਂ, ਆਖੋ ਸਤਨਾਮ। ਤੇ ਅੱਗੇ ਪਤਾ ਕੀ ਲਿਖਿਆ? ਦਰੋਗ ਪੜ੍ਹ ਖੁਸ਼ੀ ਹੋਏ, ਨਾਲ ਲਿਖਿਆ ਬੇਖਬਰ ਬਾਦ ਬਕਾਹੇ। ਦਰੋਗ ਕਹਿਣ ਲੱਗੇ ਨਾ, ਝੂਠ ਦੀਆਂ ਵਿਚਾਰਾਂ ਕਰ ਕਰਕੇ, ਝੂਠੀਆਂ ਵਿਚਾਰਾਂ ਕਰ ਕਰਕੇ ਕਹਿਣ ਲੱਗੇ ਥੱਕ ਗਏ। ਬੇਖਬਰ, ਆਹ ਦੁਨੀਆ ਦੇ ਲੋਕ ਬੇਖਬਰ ਨੇ ਇੱਕ ਪਾਸਿਓਂ। ਮਹਾਰਾਜ ਕਿਹੜੇ ਪਾਸਿਓਂ? ਬੇਖਬਰ ਬਾਦ ਬਕਾਹੇ। ਬੇਖਬਰ ਹੈ ਰੱਬ ਵਾਲੇ ਪਾਸਿਓਂ, ਗੁਰੂ ਵਾਲੇ ਪਾਸਿਓਂ। ਝੂਠ ਦੀਆਂ ਗੱਲਾਂ, ਝੂਠ ਦੀਆਂ ਵਿਚਾਰਾਂ ਕਰ ਕਰਕੇ ਆਪਸ ਵਿੱਚ ਦੀ ਕੁੱਕੜਾਂ ਵਾਲੀ ਲੜਾਈ ਕਰਦੇ ਆ, ਲਹੂ ਲਹਾਨ ਹੁੰਦੇ ਆ। ਕਹਿਣ ਲੱਗੇ ਰੱਬ ਵਾਲੇ ਪਾਸਿਓਂ ਬੇਖਬਰ ਨੇ। ਭਾਵ ਕਿ ਸਤਿਗੁਰੂ ਜੀ ਕਹਿਣ ਲੱਗੇ ਨਾ, ਦਰੋਗ ਪੜ੍ਹ ਖੁਸ਼ੀ ਹੋਏ। ਦਰੋਗ ਦਾ ਅਰਥ ਹੁੰਦਾ ਜੀ ਝੂਠ ਦੀਆਂ ਵਿਚਾਰਾਂ ਕਰਨੀਆਂ। ਦਰੋਗ ਝੂਠ ਨੂੰ ਕਹਿੰਦੇ ਆ ਫਾਰਸੀ ਦੇ ਵਿੱਚ। ਦਰੋਗ ਪੜ੍ਹ ਖੁਸ਼ੀ ਹੋਏ, ਕਹਿਣ ਲੱਗੇ ਝੂਠ ਦੀਆਂ ਵਿਚਾਰਾਂ ਕਰ ਕਰਕੇ ਬੜੀ ਦੁਨੀਆ ਖੁਸ਼ ਹੁੰਦੀ ਹੈ। ਬੇਖਬਰ। ਪਰ ਕਬੀਰ ਸਾਹਿਬ ਕਹਿਣ ਲੱਗੇ ਬੰਦੇ ਹੋਇਆ ਵਿਚਾਰਾਂ ਕਰਕੇ ਆਪਸ ਵਿੱਚ ਜਿੱਦਾਂ ਤੁਸੀਂ ਬਹਿਸ ਮੁਥਾਜਾ ਕਰੀ ਜਾਂਦੇ ਹੋ, ਝਗੜਾ ਕਰੀ ਜਾਂਦੇ ਹੋ, ਇੱਕ ਪਾਸੇ ਤੁਸੀਂ ਸਾਰੇ ਬੇਖਬਰ ਹੋ। ਬੇਖਬਰ ਨਾਲ ਲਿਖਿਆ ਬਾਦ ਬਕਾਹੇ। ਬਾਦ ਦਾ ਅਰਥ ਬਾਦ ਵਿਵਾਦ, ਲੜਾਈ ਝਗੜਾ। ਬਕਾਹੇ ਦਾ ਅਰਥ ਹੁੰਦਾ ਬੋਲਣਾ। ਓਏ ਐਵੇਂ ਲੜਾਈ ਝਗੜੇ ਦੇ ਬਚਨ ਬੋਲਦੇ ਹੋਗੇ ਤੁਸੀਂ। ਤਾਂ ਗੁਰਬਾਣੀ ਪੜ੍ਹ ਕੇ, ਗੁਰਬਾਣੀ ਦੀ ਵਿਚਾਰ ਕਰਕੇ ਨਾ ਇਹਦੇ ਵਿੱਚੋਂ ਇੱਕ ਗੱਲ ਸਿੱਖਣੀ ਸੀ, ਬੰਦਗੀ ਕਿੱਦਾਂ ਕਰਨੀ ਹੈ। ਆਖੋ ਸਤਨਾਮ। ਪਰਮਾਤਮਾ ਨਾਲ ਕਿੱਦਾਂ ਜੁੜਿਆ ਜਾਏ? ਬੇਖਬਰ ਬਾਦ ਬਕਾਹੇ। ਹੱਕ ਸੱਚ ਖਲਕ ਮਿਆਨੈ, ਸਿਆਮ ਮੂਰਤ ਨਾ ਹੈ। ਅਗਲੀ ਪੰਕਤੀ ਹੈ ਜੀ, ਮੈਂ ਬੇਨਤੀ ਕਰਦਿਆਂ ਹਾਂ। ਤੇ ਤੁਸੀਂ ਵੇਖੋ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ ਜੀ ਹੈ ਨਾ ਪੰਡਤ ਬ੍ਰਹਮਦਾਸ। ਤੇ ਬ੍ਰਹਮਦਾਸ ਕੀ ਕਰਦਾ ਸੀ? ਬਹੁਤ ਵੱਡਾ ਗਿਆਨੀ ਸੀ। ਜਿਵੇਂ ਮੈਂ ਤੁਹਾਨੂੰ ਕਥਾ ਸੁਣਾ ਰਿਹਾ ਨਾ, ਇੱਦਾਂ ਕਥਾ ਸੁਣਾਉਂਦਾ ਹੁੰਦਾ ਸੀ। ਤੇ ਉੱਠ ਸੀ ਇਹਦੇ ਕੋਲੇ, ਤੇ ਊਠਾਂ ਦੇ ਉੱਤੇ ਨਾ ਬੋਰੇ ਉਸਦੇ ਲੱਦੇ ਹੋਏ ਸੀ ਗ੍ਰੰਥਾਂ ਦੇ। ਤੇ ਜਿਹੜਾ ਇਹਦੇ ਨਾਲ ਬਹਿਸ ਮੁਥਾਜਾ ਕਰਦਾ, ਤੇ ਬਹਿਸ ਮੁਥਾਜੇ ਵਿੱਚ ਆਉਣ ਨਹੀਂ ਸੀ ਦਿੰਦਾ। ਐਡੀਆਂ ਦਲੀਲਾਂ ਦਿੰਦਾ ਸੀ, ਦਲੀਲਾਂ ਦੇ ਕੇ ਸਿੱਧ ਕਰ ਦਿੰਦਾ ਸੀ। ਤੇ ਉਹਦੀ ਦਲੀਲ ਨੂੰ ਕੋਈ ਕੱਟ ਨਹੀਂ ਸੀ ਸਕਦਾ। ਜਦੋਂ ਉਹਦੀ ਦਲੀਲ ਨੂੰ ਕੋਈ ਕੱਟ ਨਹੀਂ ਨਾ ਸਕਦਾ ਸੀ, ਤੇ ਅਗਲੇ ਨਾਲ ਸ਼ਰਤ ਇੱਕੋ ਹੀ ਲਾਉਂਦਾ ਸੀ, ਪਤਾ ਕੀ? ਜੇ ਤੂੰ ਜਿੱਤ ਗਿਆ ਤਾਂ ਮੇਰੇ ਵਾਲੇ ਧਾਰਮਿਕ ਗ੍ਰੰਥ ਸਾਰੇ ਲੈ ਜਾਈ, ਵਿੱਚੇ ਉੱਠ ਲੈ ਜਾਈ। ਤੇ ਜੇ ਮੈਂ ਜਿੱਤ ਗਿਆ ਤਾਂ ਤੇਰੇ ਵਾਲੇ ਜਿਹੜੇ ਧਾਰਮਿਕ ਗ੍ਰੰਥ ਹੈ, ਜਿਹੜੇ ਉੱਠਾਂ ਤੇ ਤੂੰ ਲੱਦੀ ਫਿਰਦਾ, ਇਹ ਮੈਂ ਲੈ ਕੇ ਜਾਵਾਂਗਾ। ਤੇ ਬਾਬੇ ਨੂੰ ਮਿਲ ਗਿਆ ਅੱਜ, ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਮਿਲ ਗਿਆ ਨਾ ਜੀ। ਚਰਚਾ ਗੁਰੂ ਨਾਨਕ ਪਾਤਸ਼ਾਹ ਨੇ ਵੀ ਕੀਤੀ ਹੈ ਜੀ। ਇੱਕ ਗੱਲ ਚੇਤੇ ਰੱਖਣਾ, ਚਰਚਾ ਉਹ ਕਰਨੀ ਹੈ ਜਿਹੜੀ ਸਾਰਥਕ ਹੋਵੇ, ਜਿਹਦੇ ਵਿੱਚੋਂ ਕੁਛ ਸਿੱਟਾ ਨਿਕਲੇ, ਜਿਹੜੀ ਕਿਸੇ ਮੁਕਾਮ 'ਤੇ ਆਪਾਂ ਨੂੰ ਪਹੁੰਚਾ ਦੇਵੇ, ਉਹਨੂੰ ਕਹਿੰਦੇ ਆ ਚਰਚਾ ਕਰਨੀ। ਇਸੇ ਕਰਕੇ ਨਾ ਜੀ 6ਵੇਂ ਪਾਤਸ਼ਾਹ ਨੇ 4 ਚਰਚਾ ਦਾ ਮਤਲਬ ਉਹ ਕੀਤਾ ਸੀਗਾ ਵੀ 2 ਕਰਨੀਆਂ, 2 ਨਹੀਂ ਕਰਨੀਆਂ। ਉਹ ਮੈਂ ਤੁਹਾਡੇ ਨਾਲ ਕਦੇ ਫੇਰ ਸਾਂਝਾ ਕਰਾਂਗਾ। ਬਾਦ ਹੇਤ ਮਤਲਬ ਇਸ ਤਰ੍ਹਾਂ ਦੀਆਂ 4 ਚਰਚਾ ਨੇ ਵੀ 2 ਨਹੀਂ ਕਰਨੀਆਂ, 2 ਸਿੱਖ ਨੇ ਕਰਨੀਆਂ।
ਉਹ ਚਰਚਾ ਕਰਨੀ ਹੈ ਜਿਹੜੀ ਚਰਚਾ ਤੁਹਾਨੂੰ ਰੱਬ ਨਾਲ ਜੋੜੇ, ਜਿਹੜੀ ਚਰਚਾ ਤੁਹਾਨੂੰ ਕੂੜ ਕਬਾੜ ਦੇ ਨਾਲੋਂ ਤੋੜ ਕੇ ਤੇ ਸੱਚੇ ਪ੍ਰਮਾਤਮਾ ਨਾਲ ਜੋੜ ਦੇਵੇ, ਉਹ ਕਰਨੀ, ਦੂਜੀ ਨਹੀਂ ਕਰਨੀ। ਕਹਿਣ ਲੱਗੇ ਜਦੋਂ ਪੰਡਤ ਬ੍ਰਹਮਦਾਸ ਮਿਲਿਆ ਨਾ ਗੁਰੂ ਸਾਹਿਬ ਨੂੰ, ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਤੁਹਾਨੂੰ ਪਤਾ ਵੀ ਉਹਨੇ ਤਾਂ ਉੱਦਾਂ ਹੀ ਗੱਲ ਕੀਤੀ ਜਿੱਦਾਂ ਆਮ ਲੋਕਾਂ ਨਾਲ ਕਰਦਾ ਸੀ, ਹੈ ਨਾ। ਇੱਦਾਂ ਦੀ ਬੜੀ ਚਰਚਾ ਕਰਦਾ। ਜਦੋਂ ਚਰਚਾ ਕਰਦਾ ਨਾ ਤੇ ਗੁਰੂ ਨਾਨਕ ਪਾਤਸ਼ਾਹ ਸੁਣੀ ਗਏ ਤੇ ਪਾਤਸ਼ਾਹ ਨੇ ਆ ਜਿਹੜੀ ਮੈਂ ਪਹਿਲਾਂ ਪੰਗਤੀ ਪੜ੍ਹੀ ਸੀ ਨਾ ਜੀ, ਆਸਾ ਦੀ ਵਾਰ ਦੀ ਪੌੜੀ ਉਚਾਰਨ ਕੀਤੀ, ਪੜ ਪੜ ਗੱਡੀ ਲੱਦੀ ਹੈ, ਬੋਲੋ ਜੀ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ, ਪੜੀ ਹੈ ਜੇਤੀ ਆਰਜਾ, ਪੜੀ ਹੈ ਜੇਤੇ ਸਾਸ। ਪਰ ਲਾਸਟ ਪੰਗਤੀ ਵਿੱਚ ਬਾਬਾ ਪਤਾ ਕਹਿੰਦਾ, ਨਾਨਕ ਲੇਖੈ ਇੱਕ ਗੱਲ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਪੰਡਤ ਨੂੰ ਜਦੋਂ ਬਾਬੇ ਨੇ ਆਇਆ ਕਿਹਾ ਨਾ, ਪੜ੍ਹੀ ਹੈ, ਪੜ ਪੜ ਗੱਡੀ ਲੱਦੀ ਹੈ, ਕੱਲੇ ਊਠਾਂ ਦੀ ਕੀ ਗੱਲ ਕਰਦਾ, ਊਠਾਂ ਦੇ ਮਗਰ ਗੱਡੀ ਪਾ ਲੈ, ਜਿਹੜੀ ਆਪਾਂ ਵੀ ਲੈ ਕੇ ਜਾਂਦੇ ਰਹੇ ਹਾਂ। ਇਹ ਭਰ ਲੈ ਗ੍ਰੰਥਾਂ ਦੇ, ਜੇ ਜੋ ਗ੍ਰੰਥਾਂ ਵਿੱਚ ਪੜ੍ਹਦਾ ਹੈ, ਜੋ ਲਿਖਿਆ ਹੈ, ਕਮਾਉਂਦਾ ਨਹੀਂ। ਹਾਂਜੀ, ਇੱਕ ਗੱਲ ਚੇਤੇ ਰੱਖ ਲੈਣਾ, ਜੇ ਮੇਰੇ ਵਰਗਾ ਗਿਆਨੀ ਬਣ ਗਿਆ ਨਾ, ਪੈਸੇ ਬਥੇਰੇ ਕਮਾ ਸਕਦਾ, ਇਹ ਗੱਲ ਕੋਈ ਸ਼ੱਕ ਨਹੀਂ। ਤੁਹਾਨੂੰ ਪਤਾ ਹੀ ਹੈ ਨਾ, ਗੱਲਾਂ ਕਰਨੀਆਂ ਆਉਂਦੀਆਂ ਚਾਹੀਦੀਆਂ, ਪੈਸੇ ਬਥੇਰੇ ਕਮਾ ਸਕਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹਨਾਂ ਆਮ ਬੰਦਾ ਨਹੀਂ ਪੈਸੇ ਕਮਾ ਸਕਦਾ ਜਿੰਨਾ ਮੇਰੇ ਵਰਗਾ ਚੁੰਝ ਗਿਆਨੀ ਪੈਸੇ ਕਮਾ ਸਕਦਾ ਹੈ। ਧਰਮ ਨੂੰ ਧੰਦਾ ਬਣਾ ਲੈ ਜੀ, ਇਹ ਗੱਲ ਚੇਤੇ ਰੱਖ ਲੈਣਾ। ਹੁਣ ਗੁਰੂ ਸਾਹਿਬ ਕਹਿਣ ਲੱਗੇ ਨਾ, ਪੜ ਪੜ ਗੱਡੀ ਲੱਦੀ ਹੈ, ਉਹ ਗੱਡੇ ਲੱਦਦੇ ਭਾਵੇਂ, ਪੜ ਪੜ ਭਰੀ ਹੈ ਸਾਥ, ਜਿੰਨੇ ਮਰਜ਼ੀ ਪੜ੍ਹੀ ਚੱਲ, ਪੜ੍ਹੀ ਹੈ ਜੇਤੀ ਆਰਜਾ, ਸਾਰੀ ਜ਼ਿੰਦਗੀ ਪੜ੍ਹੀ ਚੱਲੀ, ਪੜ੍ਹੀ ਹੈ ਜੇਤੇ ਮਾਸ, ਮਾਸ ਮੈਨੇ ਮਹੀਨੇ ਹੁੰਦੇ ਆ ਜੀ, ਪੜ੍ਹੀ ਹੈ ਜੇਤੇ ਮਾਸ, ਪੜ੍ਹੀ ਹੈ ਜੇਤੀ ਆਰਜਾ, ਪੜ੍ਹੀ ਹੈ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਆਹ ਇੱਕ ਗੱਲ ਸਮਝਣ ਵਾਲੀ ਹੈ ਜੀ, ਇੱਕ ਗੱਲ ਲੇਖੇ 'ਚ ਪੈਣੀ ਹੈ ਸੱਜਣਾ ਮਹਾਰਾਜ। ਉਹ ਕਿਹੜੀ? ਜਿਵੇਂ ਅੱਜ ਵਾਲੇ ਸ਼ਬਦ ਵਿੱਚ ਬਾਬਾ ਕਬੀਰ ਸਾਹਿਬ ਕਹਿੰਦੇ ਨਾ ਵੀ ਤੁਹਾਡੇ ਲੇਖੇ 'ਚ ਇੱਕ ਗੱਲ ਵੀ ਪੈਣ ਵਾਲੀ ਹੈ, ਪਤਾ ਕਿਹੜੀ? ਬੰਦੇ ਖੋਜ ਦਿਲਹਾਰ, ਬੋਲੋ ਜੀ, ਖੋਜ ਦਿਲਹਾਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਤੁਸੀਂ ਰੱਬ ਨੂੰ ਯਾਦ ਕਰੋ, ਆਪਣੇ ਅੰਦਰ ਦੀ ਖੋਜ ਕਰੋ, ਇਹ ਗੱਲ ਤੁਹਾਡੇ ਲੇਖੇ 'ਚ ਪਵੇਗੀ। ਆਖੋ ਸਤਨਾਮ। ਤੇ ਇਸ ਸ਼ਬਦ ਦਾ ਪਾਠ ਜਿੰਨਾ ਮਰਜ਼ੀ ਕਰੀ ਚੱਲੋ, ਜੇ ਕਮਾਉਣਾ ਨਹੀਂ, ਕਿੰਨੀ ਕਰੀ ਚੱਲ ਗਈ ਜੀ। ਮੇਰੇ ਵਰਗੇ ਦੇ ਬਥੇਰਾ ਹਜ਼ਾਰਾਂ ਸ਼ਬਦ ਯਾਦ ਕੀਤੇ ਹੋਏ ਨੇ ਸੁਣਾਉਣ ਵਾਸਤੇ ਸੰਗਤ ਨੂੰ, ਕਿੰਨਾ ਮਰਜ਼ੀ ਸੁਣਾਈ ਚੱਲੋ। ਹੁਣ ਦੇਖੋ ਜੀ, ਸਤਿਗੁਰੂ ਜੀ ਕਹਿਣ ਲੱਗੇ, ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ। ਕਹਿਣ ਲੱਗੇ ਗਿਆਨੀ ਆਪਣੇ ਆਪ ਨੂੰ ਗਿਆਨਵਾਨ, ਕਹਿਣ ਲੱਗੇ ਪੁਸਤਕਾਂ ਪੜ੍ਹ ਪੜ੍ਹ ਕੇ ਤੇ ਆਪਣੇ ਆਪ ਨੂੰ ਖੁਸ਼ ਹੁੰਦੇ ਆ। ਪਰ ਨਾਲ ਬਾਬਾ ਪਤਾ ਕਹਿੰਦਾ, ਕਬੀਰ ਸਾਹਿਬ ਕਹਿੰਦੇ ਬੇਖਬਰ, ਬੇਖਬਰ ਨੇ ਕਾਲੇ ਪਾਸਿਓਂ, ਰੱਬ ਵਾਲੇ ਪਾਸਿਓਂ। ਬਾਦ ਬਕਾਹੇ, ਇਹ ਬਾਦ ਵਿਵਾਦ ਵਿੱਚ ਪਏ ਹੋਏ ਨੇ। ਤੇ ਇੱਕ ਗੱਲ ਚੇਤੇ ਰੱਖ ਲੈਣਾ ਜੀ, ਜੇ ਗਿਆਨੀ ਕੋਲੇ ਰੱਬ ਨਾ ਹੋਇਆ, ਗਿਆਨੀ ਕੋਲੇ ਰੱਬ ਨਾ ਹੋਇਆ ਤੇ ਗਿਆਨੀ ਦੇ ਭਾਸ਼ਣ ਵਿੱਚ ਕੁਝ ਨਹੀਂ ਹੁੰਦਾ। ਇੱਕ ਗੱਲ ਚੇਤੇ ਰੱਖ ਲੈਣਾ, ਜੇ ਉਹਦੇ ਕੋਲੇ ਸੇਵਾ ਨਹੀਂ ਹੈ, ਸਿਮਰਨ ਨਹੀਂ ਹੈ, ਉਹ ਰੱਬੀ ਰਾਹ 'ਤੇ ਨਹੀਂ ਤੁਰਿਆ। ਤੇ ਵੈਸੇ ਤਾਂ ਇੱਕ ਗੱਲ ਚੇਤੇ ਰੱਖ ਲੈਣਾ, ਮੈਨੂੰ ਚੇਤੇ ਆ ਰਹੀ ਹੈ, ਸਿੱਖ ਧਰਮ ਦਾ ਇੱਕ ਮਹਾਨ ਵਿਦਵਾਨ ਹੋਇਆ ਜੀ, ਗਿਆਨੀ ਮਾਨ ਸਿੰਘ ਝੌਰ। ਉਹ ਕਹਿਣ ਲੱਗਿਆ, ਜਿੰਨਾ ਧਰਮ ਜਗਤ ਦਾ ਉਜਾੜਾ ਧਰਮੀ ਲੋਕ ਪਾਉਂਦੇ ਆ ਨਾ, ਦੂਸਰੇ ਨਹੀਂ ਪਾਉਂਦੇ। ਆਖੋ ਸਤਨਾਮ। ਲੋਕਾਂ ਦਾ ਕਹਿੰਦੇ ਨਾ, ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ, ਉਹ ਜਿਹੇ ਜੇ ਆਪਾਂ ਕੰਮ ਕਰਦੇ ਆ ਉਹੋ ਜਿਹੀ ਤਾਂ ਇਹ ਕਰਦੇ ਫਿਰਦੇ ਆ। ਆਪਾਂ ਵੀ ਵਿਆਹ ਦੇ ਵਿੱਚ ਨੱਚਦੇ ਟੱਪਦੇ ਫਿਰਦੇ ਆ, ਇਹ ਵੀ ਤਾਂ ਆ ਇੱਕ ਦੀ ਵੀਡੀਓ ਆਈ ਫਿਰਦੀ ਆ, ਮੇਰੇ ਕੋਲੇ ਵੀ ਭੇਜੀ ਆ, ਕੱਲ੍ਹ ਲਿਖ ਕੇ ਭੇਜਿਆ ਕਿਸੇ ਨੇ, ਆ ਵੇਖ ਲਿਓ। ਕਹਿੰਦਾ ਉਹ ਵੀ ਸਟੇਜ 'ਤੇ ਨੱਚ ਰਿਹਾ। ਕੌਣ ਸੀ ਭਲਾ ਉਹ? ਕਥਾਵਾਚਕ ਹੈ ਮੇਰੇ ਵਾਂਗੂ, ਕਥਾਵਾਚਕ। ਜਦੋਂ ਉਹ ਨੱਚਦਾ ਮੈਂ ਨੱਚਾਂ, ਤੁਸੀਂ ਕੀ ਕਹੋਗੇ? ਤੁਸੀਂ ਕਹੋਗੇ ਲੋਕਾਂ ਨੂੰ ਗੱਲਾਂ ਸੁਣਾਉਣੀਆਂ ਸੌਖੀਆਂ ਨੇ, ਜਿਹੜੇ ਕੰਮ ਅਸੀਂ ਕਰਦੇ ਹਾਂ ਤੂੰ ਕਰਦਾ, ਫਿਰ ਤੇਰੇ ਵਿੱਚ ਤੇ ਸਾਡੇ ਵਿੱਚ ਕੀ ਫਰਕ ਹੈ? ਇਹਦਾ ਮਤਲਬ ਪਤਾ, ਜਿੰਨਾ ਧਰਮ ਦਾ ਉਜਾੜਾ ਧਰਮੀ ਬਾਣੇ ਵਾਲਾ ਪਾਉਂਦਾ, ਦੂਸਰਾ ਨਹੀਂ ਕੋਈ ਪਾਉਂਦਾ। ਇਸ ਕਰਕੇ ਕਹਿੰਦੇ ਆ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਮਿਆਨੇ, ਸਿਆਮ ਮੂਰਤ ਨਾਹੇ। ਕਹਿੰਦੇ ਉਹ ਦੁਨੀਆ ਦੇ ਲੋਕੋ, ਤੁਹਾਨੂੰ ਆਈ ਨਹੀਂ ਪਤਾ ਲੱਗਿਆ ਬਾਣੀ ਪੜ੍ਹ ਕੇ, ਹੱਕ ਮੈਨੇ ਵੱਡਾ, ਸੱਚਾ, ਸੱਚ ਰਹਿਣ ਵਾਲਾ ਕੌਣ? ਪਰਮਾਤਮਾ। ਜਿਹੜਾ ਪਰਮਾਤਮਾ, ਉਹਨੂੰ ਆਪਾਂ ਬਾਣੀ ਚੋਂ ਐਵੇਂ ਪੜ੍ਹਦੇ ਹਾਂ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਐਵੇਂ ਪੜ੍ਹਦੇ ਹਾਂ। ਤੇ ਕਿਤੇ ਪੰਜਵੇਂ ਪਾਤਸ਼ਾਹ ਦਾ ਬਚਨ ਹੈ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਕਹਿਣ ਲੱਗੇ ਆਦ ਮੱਧ ਅੰਤ ਤਿੰਨੇ ਥਾਂ ਦੇ ਉੱਤੇ ਕੇਵਲ ਪਰਮਾਤਮਾ ਹੀ ਪਰਿਪੂਰਨ ਰਹਿਣ ਵਾਲਾ, ਸਾਰੀ ਦੁਨੀਆ ਆਉਣ ਦੇ ਜਾਣ ਦੇ ਚੱਕਰ 'ਚ ਹੈ। ਆਖੋ ਸਤਨਾਮ। ਹੁਣ ਸਤਿਗੁਰੂ ਜੀ ਕਹਿਣ ਲੱਗੇ, ਹੱਕ ਸੱਚ ਖਾਲਕ ਮਿਆਨੇ। ਖਾਲਕ ਦਾਸ ਨੂੰ ਕਹਿੰਦੇ ਜੀ, ਖਲਕਤ ਨੂੰ, ਅਲਫਾਈ ਨੂੰ ਕਹਿੰਦੇ ਆ। ਕਹਿੰਦੇ ਉਹ ਦੁਨੀਆ ਦੇ ਲੋਕੋ,
ਉਹ ਤੁਹਾਨੂੰ ਪੜ੍ਹ ਕੇ ਤੇ ਜੇ ਤੁਸੀਂ ਆਪਣੇ ਅੰਦਰ ਦੀ ਖੋਜ ਨਾ ਕੀਤੀ, ਪਰਮਾਤਮਾ ਆ ਖਲਕਤ ਵਿੱਚ ਵਸਦਾ ਹੈ, ਇਹਨਾਂ ਵਿੱਚ ਵਸਦਾ ਹੈ, ਮਨੁੱਖਤਾ ਵਿੱਚ ਵਸਦਾ ਹੈ, ਓਏ ਆ ਪੂਰੇ ਬ੍ਰਹਿਮੰਡ ਵਿੱਚ ਵਸਦਾ ਹੈ। ਖਾਲਕ ਹੱਕ ਸੱਚ, ਖਾਲਕ ਮਿਆਨੇ। ਤੇ ਸਤਿਗੁਰੂ ਜੀ ਕਹਿਣ ਲੱਗੇ ਸੱਜਣਾ ਖਾਲਕ ਸੱਚ ਮਿਆਨੇ। ਤੇ ਪਾਤਸ਼ਾਹ ਜੀ ਕਹਿਣ ਲੱਗੇ ਸਿਆਮ ਮੂਰਤ ਨਾਹੀਂ। ਕਹਿਣ ਲੱਗੇ ਹਜੇ ਤੱਕ ਤਾਂ ਲੋਕਾਂ ਨੂੰ ਆਈ ਨਹੀਂ ਪਤਾ ਲੱਗਿਆ ਵੀ ਰੱਬ ਆ ਮਨੁੱਖਤਾ ਵਿੱਚ ਵਸਦਾ ਹੈ। ਸਭ ਗੋਬਿੰਦ ਹੈ। ਭਗਤ ਨਾਮਦੇਵ ਜੀ ਦਾ ਵਚਨ ਹੈ ਜੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ, ਹਰੇਕ ਦੇ ਅੰਦਰ ਪਰਮਾਤਮਾ ਬੈਠਾ ਹੈ। ਕੋਈ ਵੀ ਰੱਬੀ ਮਨੁੱਖਾ ਸਰੀਰ ਪਰਮਾਤਮਾ ਤੋਂ ਬਗੈਰ ਖਾਲੀ ਨਹੀਂ ਹੈ। ਆਖੋ ਸਤਨਾਮ। ਤੇ ਪਰ ਨਾਲ ਪਤਾ ਕੀ ਕਿਹਾ ਜੀ ਕਬੀਰ ਸਾਹਿਬ ਨੇ, ਸਿਆਮ ਮੂਰਤ ਨਾਹੀਂ। ਸਿਆਮ ਕਹਿੰਦੇ ਜੀ ਕ੍ਰਿਸ਼ਨ ਭਗਵਾਨ ਨੂੰ। ਕਹਿਣ ਲੱਗੇ ਸੱਜਣਾ ਇੱਕ ਗੱਲ ਚੇਤੇ ਰੱਖੀ, ਪਰਮਾਤਮਾ ਮੂਰਤੀ 'ਚ ਨਹੀਂ ਹੈਗਾ, ਆਹ ਰੱਬ ਦੀ ਬਣਾਈ ਪੱਥਰ ਦੀ ਮੂਰਤੀ 'ਚ ਨਹੀਂ। ਜਿਹੜਾ ਪਰਮਾਤਮਾ ਨਾ ਜੇ ਤੁਸੀਂ ਖੋਜ ਕਰੋਗੇ ਆਹ ਮਨੁੱਖਤਾ ਦੇ ਵਿੱਚ ਵਸਦਾ ਹੈ, ਇਹਨਾਂ ਦੇ ਵਿੱਚ ਵਸਦਾ ਹੈ। ਤੇ ਬੰਦੇ ਨੇ ਆਪਣੇ ਅੰਦਰੋਂ ਖੋਜ ਕਰਨੀ ਹੈ ਪਰਮਾਤਮਾ ਦੀ। ਤੇ ਦੇਖੋ ਜੀ ਕੱਲੀ ਗੱਲ ਕਿੱਡੀ ਪਿਆਰੀ ਸਮਝਾਈ ਹੈ। ਤੇ ਅੱਗੇ ਸਤਿਗੁਰੂ ਜੀ ਕੀ ਕਹਿਣ ਲੱਗੇ ਅਸਮਾਨ ਮਿਆਨੇ ਲਹੰਗ ਦਰਿਆ, ਗੁਸਲ ਕਰਦਨ ਬੂਦ। ਅਸਮਾਨ ਕਾਸ ਨੂੰ ਕਹਿੰਦੇ ਜੀ, ਆਕਾਸ਼ ਨੂੰ ਕਹਿੰਦੇ ਆ। ਮਿਆਨੇ ਕਹਿੰਦੇ ਵਿੱਚ ਨੂੰ ਕਹਿੰਦੇ ਆ। ਅਸਮਾਨ ਮਿਆਨੇ ਲਹੰਗ ਦਰਿਆ ਵਗਦਾ ਹੈ। ਕਹਿਣ ਲੱਗੇ ਵੈਸੇ ਨਾ ਇਹਦਾ ਵਿਦਵਾਨਾਂ ਨੇ ਅਰਥ ਕੀਤਾ, ਕਹਿੰਦੇ ਜਿਵੇਂ ਅਸਮਾਨ ਬਹੁਤ ਉੱਚਾ ਹੈ, ਕਹਿੰਦੇ ਇਸੇ ਤਰ੍ਹਾਂ ਇੱਕ ਗੱਲ ਚੇਤੇ ਰੱਖੀ ਸੱਜਣਾ, ਜਿਵੇਂ 10ਵਾਂ ਦੁਆਰ ਹੈ ਨਾ ਸਾਡਾ, ਉਹ ਬਹੁਤ ਉੱਚਾ ਹੈ। ਕਹਿਣ ਲੱਗੇ ਨਾ ਗੁਰੂ ਦੀ ਵਿਚਾਰ ਬਹੁਤ ਉੱਚੀ ਹੈ, ਜਿਵੇਂ ਅਸਮਾਨ ਦੀ ਤਰ੍ਹਾਂ। ਕਹਿਣ ਲੱਗਿਆ ਸੱਜਣਾ ਇਹ ਬੜੀ ਉੱਚੀ ਹੈ, ਬੜੀ ਸੁੱਚੀ ਹੈ। ਤੇ ਇੱਕ ਗੱਲ ਚੇਤੇ ਰੱਖੀ, ਬਾਹਰ ਨਦੀ 'ਚ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ। ਜਦੋਂ ਗੁਰਬਾਣੀ ਦੇ ਗਿਆਨ ਦੀ ਵਿਚਾਰ ਚੱਲਦੀ ਹੈ, ਕਹਿਣ ਲੱਗੇ ਐਂ ਸਮਝਦਾ ਗਿਆਨ ਦੀ ਧਾਰਾ ਵਗਦੀ ਹੈ। ਇਹਦੇ ਵਿੱਚ ਪਤਾ ਕਾਹਦਾ ਇਸ਼ਨਾਨ ਕਰਾਉਣਾ? ਗੁਸਲ ਕਹਿੰਦੇ ਆ ਜੀ, ਗੁਸਲ ਕਰਨ ਨੂੰ ਭਾਵ ਇਸ਼ਨਾਨ ਕਰਨ ਨੂੰ। ਵੈਸੇ ਆਪਾਂ ਗੁਸਲਖਾਨਾ ਵੀ ਕਹਿੰਦੇ ਰਹੇ ਹਾਂ, ਇਹ ਇੱਥੋਂ ਹੀ ਸ਼ਬਦ ਬਣ ਜੁੜਿਆ ਹੋਇਆ। ਗੁਸਲ ਕਰਦਨ ਬੂਦ, ਓਏ ਆਪਣੇ ਮਨ ਦਾ ਇਸ਼ਨਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਰਾਉਣਾ ਹੈ, ਗੁਰਬਾਣੀ ਦੇ ਵਿੱਚ ਕਰਾਉਣਾ ਹੈ ਸੱਜਣਾ। ਤੇ ਫਿਰ ਕੀ ਹੋਏਗਾ ਮਹਾਰਾਜ? ਸਤਿਗੁਰੂ ਜੀ ਕਹਿਣ ਲੱਗੇ ਅਸਮਾਨ ਮਿਹਾਨੇ ਲਹੰਗ ਦਰਿਆ, ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜੈ ਤਹਾਂ ਮੌਜੂਦ। ਦੇਖੋ ਫਕੀਰੀ ਧਾਰਨ ਕਰਨੀ ਹੈ, ਰੱਬ ਦਾ ਭਗਤ ਬਣਨਾ ਹੈ, ਰੱਬ ਨੂੰ ਖੋਜਣਾ ਹੈ, ਇੰਨੇ ਕੰਮ ਕਰਨੇ ਪੈਣੇ ਜੀ। ਗੱਲ ਚੇਤੇ ਰੱਖ ਲੈਣਾ, ਇੱਥੇ ਹਰੇਕ ਨੂੰ, ਇੱਥੇ ਤਾਂ ਭੁੱਕੀ ਦਾ ਬਾਟਾ ਖਾ ਕੇ ਬੈਠਾ ਕਹਿੰਦੇ ਇਹ ਵੀ ਸੰਤ ਹੈ। ਮੈਂ ਕਹਿੰਦਾ ਫਿਰ ਤਾਂ ਸਾਰੇ ਨਸ਼ੇੜੀ ਵੱਡੇ ਤੋਂ ਵੱਡੇ ਬ੍ਰਹਮ ਗਿਆਨੀ ਹੈ, ਫਿਰ ਤਾਂ ਸਾਨੂੰ ਤਾਂ ਲੋੜ ਹੀ ਨਹੀਂ ਕੁਛ ਕਰਨ ਦੀ। ਮੈਂ ਕਿਤੇ ਗਿਆ ਤੇ ਉਹਨੇ ਕੌਲਾ ਮੇਰੇ ਸਾਹਮਣੇ ਆਖੋ ਭੁੱਕੀ ਦਾ ਘੋਲ ਕੇ ਪੀ ਲਿਆ, 5 ਜਲੇਬੀਆਂ ਖਾ ਗਿਆ। ਤੇ ਕੋਲ ਬੈਠੇ ਵਾਲੇ ਕਹਿੰਦੇ ਬਹੁਤ ਪਹੁੰਚਿਆ ਹੈ। ਮੈਂ ਕਿਹਾ ਹਾਂ ਠੀਕ ਹੈ, ਹਾਂ ਠੀਕ ਹੈ। ਮੈਂ ਕਿਹਾ ਤੁਸੀਂ ਵੀ ਉਹ ਜਿਹੜੀ ਗੱਲ ਮੈਂ ਕਹਿੰਦੀ ਤੁਹਾਨੂੰ ਵੀ ਬੰਦਿਆਂ ਨੂੰ ਆਈ ਨਹੀਂ ਪਤਾ ਲੱਗਿਆ ਵੀ ਨਸ਼ੇੜੀ ਨੂੰ ਨਸ਼ੇੜੀ ਨਹੀਂ ਕਹਿੰਦੇ ਲੋਕ, ਇਹ ਰੱਬ ਦੇ ਪਿਆਰੇ ਨੂੰ ਰੱਬ ਦਾ ਪਿਆਰਾ ਵੀ ਨਹੀਂ ਕਹਿੰਦੇ। ਇਹ ਗੱਲ ਯਾਦ ਰੱਖ ਲੈਣਾ। ਅਜੇ ਤੱਕ ਤਾਂ ਇੰਨੀ ਵੀ ਸਮਝ ਨਹੀਂ ਆਈ ਲੋਕਾਂ ਨੂੰ। ਹੁਣ ਦੇਖੋ ਜੀ ਕਬੀਰ ਸਾਹਿਬ ਕੀ ਕਹਿੰਦੇ, ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ। ਕਹਿਣ ਲੱਗੇ ਪਰਮਾਤਮਾ ਦੀ ਵਿਚਾਰ ਅਸਮਾਨ ਦੀ ਤਰ੍ਹਾਂ ਬੜੀ ਉੱਚੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਵਿਚਾਰਾਂ ਕਰਨੀਆਂ। ਐਂ ਸਮਝ ਲਾ ਵੀ 10ਵੇਂ ਦੁਆਰ ਦੇ ਖੁੱਲ੍ਹ ਜਾਣ ਦੀ ਗੱਲ ਹੈ। ਉਹ ਕਹਿਣ ਲੱਗੇ ਸੱਜਣਾ ਤੇ ਜਦੋਂ ਗੁਰਬਾਣੀ ਦੀ ਵਿਚਾਰ ਕਰੇਗਾ ਇੱਕ ਸੱਚੀ ਵਿਚਾਰਧਾਰਾ ਦੀ ਨਦੀ ਵਗੇਗੀ। ਕੀ ਕਰਨਾ ਹੈ? ਗੁਸਲ ਕਰਦਨ ਬੂਦ, ਆਪਣੇ ਗੰਦੇ ਮਨ ਦਾ ਇਸ਼ਨਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ 'ਚ ਕਰਾਉਣਾ ਹੈ। ਆਖੋ ਸਤਨਾਮ। ਤੇ ਬਾਣੀ 'ਚ ਐਂ ਲਿਖਿਆ ਜੀ, ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਮਨ ਤਾਂ ਕਾਲਾ ਹੋਇਆ ਪਿਆ, ਨਾਲ ਗੁਰੂ ਸਾਹਿਬ ਨੇ ਕਿਹਾ ਸਵਾਹ ਹੋ ਗਿਆ, ਕਾਲਾ ਹੋਆ ਸਵਾਹ। ਤੇ ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾ। ਕਹਿਣ ਲੱਗੇ ਖੰਨਲੀ ਧੋਤੀ, ਤੇ ਆਪ ਜੀ ਨੂੰ ਪਤਾ ਹੀ ਹੈ ਨਾ ਵੀ ਇੱਕ ਪਰੋਲਾ ਹੁੰਦਾ ਸੀਗਾ ਜੀ, ਵੈਸੇ ਬੀਬੀਆਂ ਮਾਰਦੀਆਂ ਨੇ ਚੱਕੀ ਵਾਲਾ ਪਰੋਲਾ, ਉਹਦੇ ਵਿੱਚ ਮੈਲ ਨਾ ਤੰਦੀ ਮੈਲ ਪੈ ਜਾਂਦੀ ਸੀ। ਜਿੰਨਾ ਮਰਜ਼ੀ ਉਹਨੂੰ ਧੋਈ ਜਾਂਦੇ ਉਹ 'ਚੋਂ ਨਿਕਲਦੀ ਨਹੀਂ ਸੀ, ਤੰਦੀ ਮੈਲ ਕਹਿੰਦੇ ਉਹਨੂੰ। ਕਹਿੰਦੇ ਇਸੇ ਤਰ੍ਹਾਂ ਤੇਰੇ ਮਨ ਦੇ ਵਿੱਚ ਇੰਨੀ ਤੰਦੀ ਮੈਲ ਪੈ ਗਈ ਹੈ ਸੱਜਣਾ, ਜੇ ਧੋਣਾ ਚਾਹੁੰਦਾ ਤਾਂ ਗੁਰਬਾਣੀ ਦੀ ਗਿਆਨ ਦੀ ਇੱਕ ਨਦੀ ਵਗਦੀ ਹੈ, ਉਹਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾ ਲੈ। ਫਿਰ ਕੀ ਹੋਏਗਾ? ਕਰ ਫਕਰ ਕਿਸ ਨੂੰ ਕਹਿੰਦੇ ਜੀ? ਰੱਬ ਦੇ ਪਿਆਰੇ ਨੂੰ ਕਹਿੰਦੇ ਆ, ਫਕੀਰ ਨੂੰ ਕਹਿੰਦੇ ਆ। ਕਰ ਫਕਰ ਨਾਲ ਪਤਾ ਕੀ ਲਿਖਿਆ ਜੀ ਗੁਰੂ ਸਾਹਿਬ ਨੇ? ਦਾਇਮ ਲਾਏ ਚਸ਼ਮੇ।
ਚਸ਼ਮੇ ਆਪਣੇ ਲੱਗੇ ਨਾ, ਮੇਰੇ ਵੀ ਲੱਗੇ, ਤੁਹਾਡੇ ਲੱਗੇ, ਦੋਨਾਂ ਤਿੰਨਾਂ ਦੇ। ਐਨਕ ਨੂੰ ਕਹਿੰਦੇ ਆ ਜੀ ਚਸ਼ਮਾ। ਕਹਿਣ ਲੱਗੇ ਸੱਜਣਾ, ਜੇ ਦਿਲ ਦੀ ਖੋਜ ਕਰੇਗਾ, ਕੱਲੀਆਂ ਕਿਤਾਬਾਂ ਪੜ੍ਹੇਗਾ ਹੀ ਨਹੀਂ, ਉਹਨਾਂ ਦੀ ਵਿਚਾਰ ਕਰੇਗਾ, ਵਿਚਾਰ ਕਰਕੇ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ 'ਤੇ ਪਹਿਰਾ ਦੇਵੇਂਗਾ, ਭਾਵ ਕਮਾਵੇਂਗਾ। ਕਰ ਫਕਰ, ਤੇਰਾ ਨਾਂ ਫਕੀਰਾਂ 'ਚ, ਰੱਬ ਦਾ ਪਿਆਰਾ। ਤੇ ਪਤਾ ਗੁਰਬਾਣੀ ਦੀ ਵਿਚਾਰ ਨੇ ਪਤਾ ਕੀ ਕਰ ਦੇਣਾ, ਦਾਇਮ ਲਾਏ ਚਸ਼ਮੇ, ਤੇਰੀਆਂ ਅੱਖਾਂ ਦੇ ਉੱਤੇ ਗਿਆਨ ਦੇ ਚਸ਼ਮੇ ਲਾ ਦੇਣੇ ਆ। ਅਗਿਆਨਤਾ ਦੇ ਤਾਂ ਬਥੇਰਿਆਂ ਦੇ ਲੱਗੇ ਆ ਜੀ। ਜੇ ਕਿਸੇ ਨੇ ਗਿਆਨ ਦੇ ਚਸ਼ਮੇ ਲਵਾਉਣੇ ਆ ਤੇ ਗੁਰੂ ਗ੍ਰੰਥ ਸਾਹਿਬ ਲਾਉਂਦਾ, ਇਹਦੇ ਕੋਲੇ ਆ ਜਾਓ, ਆਖੋ ਸਤਨਾਮ। ਤੇ ਅਸੀਂ ਕਹਿੰਦੇ ਨਾ ਮਹਾਰਾਜ ਨਾ, ਅਸੀਂ ਤਾਂ ਹਮ ਅੰਧਲੇ ਅੰਧ, ਬੋਲੋ ਜੀ, ਹਮ ਅੰਧਲੇ ਅੰਧ, ਵਿਖੇ ਵਿਖਰਾਤੇ ਕਿਉਂ ਚੱਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਅਸੀਂ ਤਾਂ ਮਹਾਰਾਜ ਅੰਨਿਆਂ ਦੇ ਅੰਨੀ ਰਹਿਣਾ ਚਾਹੁੰਦੇ ਹਾਂ, ਅਸੀਂ ਨਹੀਂ ਤੇਰੇ ਕੋਲੋਂ ਗਿਆਨ ਦੇ ਚਸ਼ਮੇ ਲਵਾਉਣੇ ਚਾਹੁੰਦੇ। ਅਸੀਂ ਇਹ ਗਿਆਨ ਦੇ ਚਸ਼ਮੇ ਲਵਾ ਲਏ, ਫਿਰ ਮਹਾਰਾਜ ਸਾਰਿਆਂ 'ਚੋਂ ਰੱਬ ਦਿਸੂਗਾ। ਜਦੋਂ ਸਾਰਿਆਂ 'ਚੋਂ ਰੱਬ ਦਿਸਿਆ ਤੇ ਫਿਰ ਠੱਗੀ ਕਿਹਦੇ ਨਾਲ ਮਾਰੂ ਬੰਦਾ, ਬੋਲੋ ਜੀ, ਕਿਉਂ ਜੀ? ਜਦੋਂ ਦੂਸਰੇ 'ਚੋਂ ਮੈਨੂੰ ਤੁਹਾਡੇ 'ਚੋਂ ਰੱਬ ਦਿਸਣ ਲੱਗ ਗਿਆ, ਮੈਂ ਤੁਹਾਡੇ ਨਾਲ ਬੁਰਾ ਕਮਾਵਾਂਗਾ, ਬੋਲੋ? ਮੈਂ ਤੁਹਾਡੇ ਨਾਲ ਠੱਗੀ ਮਾਰਾਂਗਾ? ਮੈਂ ਤੁਹਾਡਾ ਮਾੜਾ ਕਰਾਂਗਾ? ਨਹੀਂ ਹੁੰਦਾ, ਉਹ ਕਰ ਹੀ ਨਹੀਂ ਸਕਦਾ। ਤੇ ਸਤਿਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਕਰ ਫਕਰ ਦਾਇਮ ਲਾਏ ਚਸ਼ਮੇ, ਜੈ ਤਹਾਂ ਮੌਜੂਦ ਮੌਜੂਦ। ਕਹਿਣ ਲੱਗੇ ਨਾ, ਆ ਜਿਹੜੇ ਇੱਕ ਤਾਂ ਬਾਹਰੀ ਚਸ਼ਮੇ ਹੈ, ਇਹ ਤਾਂ ਮੇਰੇ ਵਰਗੇ ਦੀ ਕਿਸੇ ਦੀ ਨੇੜੇ ਵਾਲੀ ਨਿਗਾਹ ਘੱਟ ਹੈ ਤੇ ਕਿਸੇ ਦੀ ਦੂਰ ਵਾਲੀ ਘੱਟ ਹੈ, ਉਹ ਦਿਖਾ ਦਿੰਦੀ ਹੈ ਨਾ। ਕਹਿਣ ਲੱਗੇ ਜਿਹੜੀ ਗਿਆਨ ਦੀ ਐਨਕ ਹੈ ਨਾ, ਗਿਆਨ ਦੀ ਐਨਕ ਹੈ, ਜੈ ਤਹਾਂ ਮੌਜੂਦ। ਕਹਿਣ ਲੱਗੇ ਪਰਮਾਤਮਾ, ਤੈਨੂੰ ਐਂ ਲੱਗੇਗਾ ਮੈਂ ਰੱਬ ਦੀ ਹਜ਼ੂਰੀ 'ਚ ਖਲੋਤਾ ਹਾਂ, ਗਲਤ ਨਹੀਂ ਬੋਲਾਂਗਾ, ਆਖੋ ਸਤਨਾਮ। ਹਜੇ ਤੱਕ ਤਾਂ ਹਜੇ ਤਾਂ ਪਤਾ ਹੀ ਕਹਿੰਦੇ, ਚੱਲ ਜੇ ਕਿਸੇ ਦਾ ਝਗੜਾ ਹੋ ਜੇ ਨਾ ਬਾਈ ਚਾਂਸ, ਚੱਲ ਗੁਰਦੁਆਰੇ ਚੱਲ, ਗੁਰਦੁਆਰੇ ਚੱਲ, ਉੱਥੇ ਸਹੁੰ ਖਾ, ਐਂ ਨਹੀਂ ਕਹਿੰਦੇ, ਚੱਲ ਗੁਰਦੁਆਰੇ ਚੱਲ। ਹਜੇ ਬਹੁਤੇ ਲੋਕਾਂ ਨੂੰ ਐਂ ਨਹੀਂ ਪਤਾ ਲੱਗਿਆ ਵੀ ਪਰਮਾਤਮਾ ਤਾਂ ਹਰ ਥਾਂ 'ਤੇ ਹਾਜ਼ਰ ਨਾਜ਼ਰ ਹੈ, ਗੁਰਦੁਆਰਾ ਹਰ ਥਾਂ 'ਤੇ ਹੀ ਹੈ। ਜਿਸ ਬੰਦੇ ਨੇ ਰੱਬ ਦੇਖ ਲਿਆ ਨਾ, ਉਹਦੇ ਭਾਅ ਦਾ ਜਿੱਥੇ ਮਰਜ਼ੀ ਭਾਵੇਂ ਟਿੱਬੇ 'ਤੇ ਜਾ ਕੇ ਬੈਠ ਜਾਵੇ, ਕਹਿੰਦਾ ਮੇਰੇ ਵਾਸਤੇ ਤਾਂ ਆਹ ਥਾਂ ਵੀ ਗੁਰਦੁਆਰਾ। ਕਿਉਂ? ਕਿਉਂਕਿ ਮੇਰਾ ਗੁਰੂ ਤੇ ਮੇਰਾ ਪਰਮਾਤਮਾ ਮੇਰੇ ਨਾਲ ਹੀ ਹੈ, ਆਖੋ ਸਤਨਾਮ। ਜਿੱਥੇ ਗੁਰੂ ਤੇ ਪਰਮਾਤਮਾ ਨਾਲ ਹੋਵੇ, ਉੱਥੇ ਕੀ ਹੁੰਦਾ ਹੈ? ਉੱਥੇ ਕੀ ਹੁੰਦਾ ਜੀ? ਉੱਥੇ ਐਂ ਸਮਝ ਲਓ ਅੰਦਰ ਗੁਰਦੁਆਰਾ, ਸਰੀਰ ਹੀ ਗੁਰਦੁਆਰਾ ਬਣਾ ਦਿੰਦਾ ਜੀ ਗੁਰੂ। ਸਰੀਰ ਨੂੰ ਤੁਰੇ ਫਿਰਦਾ ਗੁਰਦੁਆਰਾ। ਇਸੇ ਕਰਕੇ ਨਾ ਜੀ, ਜਦੋਂ ਅਬਦਾਲੀ ਵਰਗਿਆਂ ਨੇ ਨਿਸ਼ਾਨ ਸਾਹਿਬ ਪੁੱਟ ਦਿੱਤੇ ਸੀਗੇ ਅਤੇ ਰੱਬ ਦੇ ਪਿਆਰਾਂ ਨੇ ਇੱਥੇ ਲਾ ਲਏ ਸੀ ਖੰਡੇ, ਜਿਹੜਾ ਨਿਸ਼ਾਨ ਸਾਹਿਬ ਦੇ ਉੱਪਰ ਲੱਗਿਆ ਹੁੰਦਾ ਨਾ ਖੰਡਾ, ਇੱਥੇ ਲਾ ਲਿਆ ਸੀ ਨਿਹੰਗ ਸਿੰਘਾਂ ਨੇ। ਪਤਾ ਕੀ ਕਿਹਾ ਸੀ? ਤੇ ਇੱਥੇ ਪੋਥੀ ਰੱਖਦੇ ਸੀ, ਬਾਣੀ ਵਾਲੀ ਪੋਥੀ ਰੱਖ ਕੇ ਪਤਾ ਅਬਦਾਲੀ ਨੂੰ ਐਂ ਕਹਿੰਦੇ ਸੀ, ਅਬਦਾਲੀਆ ਇੱਕ ਗੱਲ ਚੇਤੇ ਰੱਖੀ, ਅਸੀਂ ਤੁਰੇ ਫਿਰਦੇ ਗੁਰਦੁਆਰਾ, ਸਾਨੂੰ ਹੱਥ ਪਾ ਕੇ ਦੇਖੀ, ਫੇਰ ਦਿਖਾਵਾਂਗੇ ਤਾਰੇ ਤੈਨੂੰ, ਆਖੋ ਸਤਨਾਮ। ਆਹ ਨਿਸ਼ਾਨ ਸਾਹਿਬ ਪੱਟ ਕੇ ਦਿਖਾਈ। ਆ ਸੀ ਸਾਡੇ ਕੋਲੇ ਸਾਡਾ ਗੁਰੂ, ਜਿੱਥੇ ਜੀ ਕਰਦਾ ਉੱਥੇ ਹੀ ਪ੍ਰਕਾਸ਼ ਕਰ ਲੈਂਦੇ ਹਾਂ, ਅਸੀਂ ਉੱਥੇ ਹੀ ਬੈਠ ਕੇ ਬਾਣੀ ਦਾ ਪਾਠ ਕਰ ਲੈਂਦੇ ਹਾਂ। ਹੁਣ ਸਾਨੂੰ ਹੱਥ ਪਾ ਕੇ ਦਿਖਾਈ, ਠੀਕ ਹੈ? ਅਸੀਂ ਘਰ ਛੱਡ ਕੇ ਚਲੇ ਗਏ, ਪਰਿਵਾਰ ਛੱਡ ਕੇ ਚਲੇ ਗਏ, ਤੂੰ ਸਾਡੇ ਗੁਰਦੁਆਰੇ ਢਾਹ ਦਿੱਤੇ ਆ, ਸਾਡੇ ਭਾਵ ਕੇ ਨਿਸ਼ਾਨ ਸਾਹਿਬ ਪੁੱਟ ਕੇ ਲੈ ਗਿਆ, ਪਰ ਇਹਨੂੰ ਨਹੀਂ ਹੱਥ ਪਾਉਣ ਦੇਵਾਂਗੇ ਅਸੀਂ ਤੈਨੂੰ। ਤੇ ਸਤਿਗੁਰੂ ਜੀ ਕਹਿਣ ਲੱਗੇ ਨਾ, ਕਰ ਫਕਰ ਦਾਇਮ ਲਾਏ ਚਸ਼ਮੇ, ਜੈ ਤਹਾਂ ਮੌਜੂਦ। ਕਹਿਣ ਲੱਗੇ ਨਾ, ਪਰਮਾਤਮਾ ਹਰ ਥਾਂ 'ਤੇ ਵੱਸਦਾ ਨਜ਼ਰ ਆ ਜਾਏਗਾ। ਹਜੇ ਤਾਂ ਬੰਦੇ ਨੂੰ ਗੁਰੂ ਵੀ ਨਹੀਂ ਦਿਸਦਾ। ਅੱਗੇ ਕੀ ਲਿਖਿਆ ਭਲਾ? ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਸ਼ੱਕ ਕਰੋ, ਸ਼ੱਕ ਦਾ ਤਾਂ ਸਮਝੀ ਸਿੱਧੀ ਸਮਝ ਆਉਂਦੀ ਹੈ ਜੀ, ਸ਼ੱਕ ਕਰਾਂ। ਕਹਿੰਦੇ ਅੱਲਾਹ ਪਾਕੰ ਪਾਕ ਹੈ, ਅੱਲਾਹ ਸਭ ਤੋਂ ਪਵਿੱਤਰ ਹੈ, ਪਵਿੱਤਰ ਹੈ, ਪਵਿੱਤਰ ਹੈ। ਪਾਕੰ ਪਾਕ ਹੈ, ਪਵਿੱਤਰ ਹੈ। ਸ਼ੱਕ ਕਰੋ। ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ ਜੀ, ਜਦੋਂ ਗੁਰਬਾਣੀ ਦੇ ਗਿਆਨ ਦੀਆਂ ਐਨਕਾਂ ਮੇਰੇ ਲੱਗ ਗਈਆਂ ਨਾ, ਗੁਰਬਾਣੀ ਦੇ ਗਿਆਨ ਦੀਆਂ ਐਨਕਾਂ ਮੇਰੇ ਲੱਗ ਗਈਆਂ, ਮੁੜ ਕੇ ਮੈਂ ਸ਼ੱਕ ਨਹੀਂ ਕਰਾਂਗਾ ਰੱਬ ਕੋਈ ਹੋਰ ਵੀ ਹੁੰਦਾ, ਵੀ ਰੱਬ ਦਾ ਸ਼ਰੀਕ ਵੀ ਹੁੰਦਾ ਕੋਈ, ਆਖੋ ਸਤਨਾਮ। ਸ਼ੱਕ ਕਰੋ ਜੇ ਦੂਸਰ ਹੋਏ, ਇਹ ਰੱਬਾ ਤੇਰੇ ਤੋਂ ਬਗੈਰ ਦੂਜਾ ਕੋਈ ਹੋਰ ਹੋਵੇ। ਕਰਨ ਕਾਰਨ ਪ੍ਰਭ ਏਕ ਹੈ, ਬੋਲੋ ਜੀ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਈ। ਐ ਲਿਖਿਆ ਨਾ, ਬਸ ਫਿਰ ਬੰਦੇ ਦੇ ਅੰਦਰੋਂ ਸ਼ੱਕ ਨਿਕਲ ਜਾਂਦਾ ਹੈ। ਉਹ ਪਤਾ ਹੀ ਕਹਿੰਦਾ, ਜਿਹਦੇ ਕੋਲੇ ਗਿਆਨ ਦੀ ਐਨਕ ਜਿਹਦੇ ਲੱਗ ਗਈ ਨਾ, ਕਬੀਰ ਸਾਹਿਬ ਦੇ ਆ ਬਚਨ ਦੇ ਵਿੱਚੋਂ ਜਿਹਨੇ ਲਾ ਲਈ, ਉਹ ਮੁੜ ਕੇ ਇਹ ਕਹਿੰਦਾ ਹੈ ਪਰਮਾਤਮਾ ਇੱਕ ਹੈ, ਹਰ ਇੱਕ ਦੇ ਅੰਦਰ ਵਸਦਾ ਹੈ, ਹਰ ਥਾਂ ਮੌਜੂਦ ਹੈ, ਜਿੱਥੇ ਮਰਜੀ ਜਾਓ। ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਭਗਤ ਨਾਮਦੇਵ ਜੀ ਦਾ ਬਚਨ ਹੈ ਜੀ। ਬੀਠਲ ਵੀ ਰੱਬ ਨੂੰ ਕਹਿੰਦੇ ਆ। ਕਹਿਣ ਲੱਗੇ, ਹੇ ਮੇਰੇ ਮਾਲਕ ਜੀ, ਤੂੰ ਹਰ ਥਾਂ 'ਤੇ ਮੌਜੂਦ ਹੈ, ਮੈਂ ਜਿੱਥੇ ਜਾਣਾ, ਜਿੱਥੇ ਹੋ ਜਾਈ ਤਿੱਥੇ ਸੱਚਾ ਸਾਈਂ।
जिथे जाना मेरा सच्चा साईं मेरे नाल है, आखो सतनाम। ते सतगुरु सच्चे पातशाह जी कहन लगे अल्लाह पाक नूं पाक है शक करो जे दूसर होए, मैं शक तां करां जे दूजा कोई होवे। ना तो गुरु ग्रंथ साहब वर्गा गुरु दूजा है कोई, क्यों जी? गुरु ग्रंथ साहब वर्गा दूजा गुरु है कोई, ते ना परमात्मा वर्गा दूजा कोई परमात्मा है। ये तो हुण आपां नूं समझ लेना चाहिए जी। आपां नूं ज्ञान दी ऐनकां लवा लेणियां चाहिदियां ने। सुनंदा कैसे मार्ग पावे, कर गया लेहो ओढ़ निभावे, कहाँ बुझारत बूझे डोरा, निस्कही है तू समझे पूरा। ते सतगुरु सच्चे पातशाह जी कहन लगे अल्लाह पाक पाक है शक करो जे दूसर होए, कबीर कर्म करीम का ओ करे जाने सोए। कहन लगे ना जिन्हां ते मालिक बख्शिश करता है, करीम करीम का अर्थ होंदा जी बख्शिश करना, कबीर कर्म करीम का ਜਿਹਦੇ ਉੱਤੇ ਰੱਬੀ ਰਹਿਮਤ ਵਰਸਦੀ ਹੈ। ਤੇ ਤੁਹਾਨੂੰ ਸਾਰਿਆਂ ਨੂੰ ਐਂ ਸਮਝ ਲੈਣਾ ਚਾਹੀਦਾ ਹੈ ਮਾਲਕਾ ਤੇਰੀ ਰੱਬੀ ਰਹਿਮਤ ਵਰਸਦੀ ਹੈ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕੀਤਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ। ਤੇ ਦੇਖੋ ਜੀ ਆਪਾਂ ਬਚਨ ਪੜ੍ਹਦੇ ਹਾਂ, ਦਰਸ਼ਨ ਪਰਸਿਆ ਗੁਰੂ ਕੈ, ਬੋਲੋ ਜੀ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। आ गल आपां नूं समझ लेनी चाहिए है। ऐ नहीं कहना चाहिए मैं गुरुद्वारे आउणा, ये भी गल नाल है। ऐ नहीं कहना चाहिए कदे वास्ते मैं गुरुद्वारे आउणा, मैं सेवा करदा, मैं पासे करनी है। पता ही कहना गुरु ग्रंथ साहब कोले आके सच्चे पातशाह तेरी रहमत वरसदी है। मेरे वर्गे बथेरे मंजियां 'च पए आ, हस्पतालों 'च पए आ, पता नहीं किन्ने कि चिर दी रोटी नहीं खाधी ते किन्ने कि चिर दे बैडां ते पए लोग। सच्चे पातशाह तेरी रहमत वरसदी है, मेरे उत्ते रिश्त पुष्ट शरीर दिता है, इशनान पानी तू करवाया, तेरे घर दे विच पहुँच गया। तेरी रहमत इदां ही वरतदी रहनी चाहिए है। आखो सतनाम। कबीर कर्म करीम का ओ करे जाने सोए। कह लगे ना जिस बंदे ने अपने अंदर की खोज कर ली, दिल की खोज कर ली, ज्ञान की ऐनक अपने नेत्रां ते ला ली है, कह लगे वो बंदा पता है कहना बई आपां नहीं गुरबाणी पढ़ते, मेरा मालक ही पढ़ाउंदा है, मेरा मालक, मैं नहीं बई सेवा करदा, नहीं मेरा सतगुरु कराउंदा है, ये तो मेरे मालक की रहमत वरसदी है। वो पता है कहना हर थां दे उत्ते किस नूं करदा है, मालक की वडियाई कर दिंदा है, उस्तत करदा है। ये सी जी शब्द की विचार। तो बाकी सिरे मैं अज एक बेनती करनी है, होली है ना, आप जी को पता है जी। तो अपने घर के होली है कि होर है जी कुछ है जी। आपां की करना भला, होली खेडनी है कि होला महल्ला करना है? होला महल्ला दिता है जी अपने घर के, होली नहीं है। अपना ऐ समझ लेना सिख धर्म के जोड़े त्यौहार है, पता की है, गुरपुरब, शहीदी दिहाड़े, गुरपुरब, शहीदी दिहाड़े, विसाखी, विसाखी, होला महल्ला, ये सिख धर्म के दिहाड़े है। होली अपनी नहीं है, हिंदू धर्म वालों का त्यौहार है। वो खेडना आपां नूं उन्हां ते इतराज़ नहीं करना चाहिए। गुरु का सिख है, गल चेते रखी तू बाबे नानक का सिख है। 10वें पातशाह ने हर त्यौहार का रूप बदल के दिता। जिवें दिवाली वेले बंदी छोड़ दिवस दिता, सानूं बंदी छोड़ दिवस मनाओ। वो जे सोडा गुरु इन्नियां नूं अंदरों कढ लिया, वो तुसीं भी बाहर निकल जाओगे, तो पल्ला फड़ लो गुरु का उदों। तो पर असीं बंदी जी हैं, असीं अंदर ही वजे हुए हैं, निकले नहीं बाहर। तो मैं बेनती करा जी, गुरु साहब ने दिता जी सानू होला महल्ला, होला महल्ला। जे इस देश दे विच 1100 साल 1100 साल मुगलों ने लुटिया देश, गुलाम बना के रखिया, इत्थों तिकर ऐ समझ लो भी पैसा, सोना, चांदी, इत्थों दियां बहु बेटियां लुट के ले जाके गजनी के बाजार के विच बेचदा रहा अगला। कोई होली खेडण वाला मूहरे नहीं होया, आखो सतनाम। कोई नहीं मूहरे होया, किसी ने नहीं आए भी छड़ा लिया। पता कौन होया? तो 10वें पातशाह ने होला महल्ला, होला महल्ला दो शब्दों का जोड़ा जी, होला जमा महल्ला। होला का अर्थ होंदा जी हल्ला करना, महल्ला का अर्थ होंदा जी महल किला। तो गुरु साहब ने पता करा कह लगे जो होला महल्ला दिता ना सिख कौम नूं, एक जथेबंदी नूं अंदर बहा दिता किले च, एक जथेबंदी नूं अंदर बहा दिता, एक जथेबंदी बाहर तैयार कर दी। उन्हां दी एक नकली लड़ाई ऐ समझ लो भी गुरु साहब ने उस समय मौके पर भी तुसीं इदां लड़ाई करनी है भी जिहड़े अंदरले है, अंदरलिਆਂ नूं बाहर कढ के तुसीं इस किले ते फतेह करनी है, तुसीं जित प्राप्त करनी है। और गुरु साहब ने एक गल ये कही सी, तुसीं सोहणे सोहणे कपड़े पा के आउणे हैं, दस्तारां सजा के आउणियां ने,
ਦਸਤਾਰਾਂ ਸਜਾ ਕੇ ਆਉਣੀਆਂ ਨੇ। ਤੁਸੀਂ ਰੰਗ ਲਾਉਣਾ ਹੈ, ਰੰਗ ਤੁਸੀਂ ਵੀ ਲਾਉਣਾ ਹੈ। ਪਤਾ ਕਾਹਦਾ ਲਾਉਣਾ ਹੈ? ਤੁਸੀਂ ਪਰਮਾਤਮਾ ਦੇ ਨਾਮ ਦਾ ਰੰਗ ਲਾਉਣਾ ਹੈ। ਆਖੋ ਸਤਨਾਮ। ਆਹ ਨਕਲੀ ਰੰਗ ਨਹੀਂ ਖੇਡਣਾ, ਦੂਜੇ ਦਾ ਮੂੰਹ ਕਾਲਾ ਕਰਨ ਵਾਲਾ ਇਹ ਨਹੀਂ ਖੇਡਣਾ। ਤੁਸੀਂ ਗੁਰਬਾਣੀ ਦਾ ਰੰਗ ਲਾਉਣਾ ਹੈ, ਪਰਮਾਤਮਾ ਦੇ ਨਾਮ ਦਾ ਰੰਗ ਲਾਉਣਾ ਹੈ। ਸੋਹਣੇ ਸੋਹਣੇ ਕੱਪੜੇ ਪਾ ਕੇ ਆਉਣਾ ਹੈ ਤੇ ਸ਼ਾਸਤਰ ਲੈ ਕੇ ਆਉਣਾ ਹੈ। ਜਿੱਥੇ ਸ਼ਾਸਤਰ ਤੁਹਾਡੇ ਕੋਲੇ ਹੋਵੇ ਉੱਥੇ ਬਾਣੀ ਦੀ ਪੋਥੀ ਵੀ ਨਾਲ ਲੈ ਕੇ ਆਉਣੀ ਹੈ। ਇਹ ਗੱਲ ਕਹੀਆਂ ਹੋਈਆਂ ਜੀ ਗੁਰੂ ਸਾਹਿਬ ਨੇ, ਕਿਉਂਕਿ ਜੇ ਆਮ ਬੰਦੇ ਦੇ ਹੱਥ 'ਚ ਭਲਾ ਸ਼ਾਸਤਰ ਆ ਜੇ, ਤੁਹਾਨੂੰ ਪਤਾ ਵੀ ਹੁਣ ਸ਼ਾਸਤਰ ਤਾਂ ਔਰੰਗਜ਼ੇਬ ਕੋਲੇ ਵੀ ਸੀਗਾ। ਉਹਨੂੰ ਕੀ ਪਤਾ ਕੀ ਕਹਿੰਦੇ ਆ? ਉਹਨੂੰ ਕਹਿੰਦੇ ਤਲਵਾਰ ਜਿਹੜੀ ਔਰੰਗਜ਼ੇਬ ਦੇ ਹੱਥ 'ਚ ਹੈ, ਜਿਹੜੀ 10ਵੇਂ ਪਾਤਸ਼ਾਹ ਦੇ ਹੱਥ ਵਿੱਚ ਹੈ ਤੇ ਗੁਰੂ ਦੇ ਸਿੱਖਾਂ ਦੇ ਹੱਥ ਵਿੱਚ ਹੈ, ਸੰਦ ਤਾਂ ਉਹਦੇ ਵਰਗਾ ਹੀ ਹੈ। ਉਹਨੂੰ ਕਹਿੰਦੇ ਆ ਸ੍ਰੀ ਸਾਹਿਬ। ਆਖੋ ਸਤਨਾਮ। ਸ੍ਰੀ ਸਾਹਿਬ ਕਿਉਂ ਕਹਿੰਦੇ ਆ ਜੀ? ਸ੍ਰੀ ਮੈਨੇ ਕੀ ਹੁੰਦਾ? ਸ਼੍ਰੋਮਣੀ। ਸਾਹਿਬ ਮੈਨੇ ਇਹ ਸ੍ਰੀ ਸਾਹਿਬ ਹੈ ਨਾ, ਜਿਹੜੀ ਜਿਹਦੇ ਹੱਥ 'ਚ ਫੜੀ ਹੈ, ਇਹਨੂੰ ਨਾਲ ਗੁਰਬਾਣੀ ਦੀ ਪੋਥੀ ਫੜਾਈ ਹੈ। ਗੁਰਬਾਣੀ ਦੀ ਪੋਥੀ ਪੜ੍ਹ ਕੇ ਇਹ ਤਲਵਾਰ ਨਹੀਂ ਹੈ, ਤਲਵਾਰ ਤਾਂ ਬੰਦਿਆਂ ਦਾ ਕਤਲ ਕਰਦੀ ਹੈ। ਜਿਹੜੀ ਸ੍ਰੀ ਸਾਹਿਬ ਹੈ ਉਹ ਮਨੁੱਖਤਾ ਨੂੰ ਐਂ ਸਮਝ ਲਓ, ਔਰੰਗਜ਼ੇਬ ਦੀ ਤਲਵਾਰ ਦੁਨੀਆ ਦੇ ਲੋਕ ਜਦੋਂ ਚੱਲਦੀ ਸੀ, ਪਤਾ ਕੀ ਕਹਿੰਦੇ? ਹਾਏ ਹਾਏ ਹਾਏ। ਜਦੋਂ 10ਵੇਂ ਪਾਤਸ਼ਾਹ ਦੀ ਤਲਵਾਰ ਚੱਲੀ, ਦੁਨੀਆ ਦੇ ਲੋਕ ਪਤਾ ਕਹਿੰਦੇ? ਧੰਨ ਹੈ, ਧੰਨ ਹੈ ਤਲਵਾਰ ਤਾਂ। ਐਂ ਸਮਝ ਲਓ ਉਹਨੂੰ ਕੀ ਕਹਿੰਦੇ ਆ? ਉਹਨੂੰ ਸ੍ਰੀ ਸਾਹਿਬ ਕਹਿੰਦੇ ਆ। ਆਖੋ ਸਤਨਾਮ। ਆਪਾਂ ਤਲਵਾਰ ਨਹੀਂ ਜੀ ਕਹਿ ਸਕਦੇ, ਗੱਲ ਯਾਦ ਰੱਖ ਲੈਣਾ। ਤੇ ਦੇਖੋ ਜੀ, ਸਤਿਗੁਰੂ ਜੀ ਨੇ ਕਿਹਾ ਨਾ, ਤੇ 2 ਟੀਮਾਂ ਬਣਾਈਆਂ। ਹੁਣ ਬਾਹਰਲਿਆਂ ਨੇ ਹੱਲਾ ਕੀਤਾ ਜੀ, ਹੱਲਾ ਭਾਵ ਕੇ ਚੜ੍ਹਾਈ ਕੀਤੀ। ਅੰਦਰਲੇ ਸੀ ਜਿਹੜੇ, ਅੰਦਰਲੇ ਵੀ ਅੰਦਰੋਂ ਉਹਨਾਂ ਨੇ ਵੀ ਮੁਕਾਬਲਾ ਕੀਤਾ। ਐਂ ਸਮਝ ਲਓ ਵੀ ਜਿਹੜੀ ਟੀਮ ਜਿੱਤਦੀ ਸੀਗੀ, ਜਿਹੜੀ ਜਥੇਬੰਦੀ ਜਿੱਤਦੀ ਸੀ, ਉਹਨੂੰ ਸਤਿਗੁਰੂ ਪਾਤਸ਼ਾਹ ਜੀ ਬਹੁਤ ਵੱਡਾ ਨਾਮ ਦਿੰਦੇ ਸੀ, ਬਹੁਤ ਵੱਡਾ ਨਾਮ ਦਿੰਦੇ ਸੀਗੇ। ਤੇ ਗੁਰੂ ਸਾਹਿਬ ਨੇ ਕਿਹਾ ਵੀ ਗੁਰੂ ਦੇ ਸਿੱਖੋ, ਤੁਸੀਂ ਹੋਲਾ ਮਹੱਲਾ ਖੇਡਣਾ। ਹੋਲੇ ਮਹੱਲੇ ਦੇ ਉੱਤੇ ਤਾਜ਼ੇ ਸੋਹਣੇ ਸੋਹਣੇ ਕੱਪੜੇ ਪਾਉਣੇ ਆ, ਸੋਹਣੀਆਂ ਸੋਹਣੀਆਂ ਪੱਗਾਂ ਸਜਾਉਣੀਆਂ, ਤੇ ਐਂ ਸਮਝ ਲਓ ਗੁਰਬਾਣੀ ਪੜ੍ਹਨੀ ਹੈ ਤੇ ਤੁਹਾਡੇ ਕੋਲੇ ਸ਼ਾਸਤਰ ਦਾ ਅਭਿਆਸ ਹੋਣਾ ਚਾਹੀਦਾ ਹੈ। ਆਖੋ ਸਤਨਾਮ। ਤੇ ਸਾਡੇ ਵਾਲੇ ਕਿੱਧਰ ਮੋੜਦੇ? ਲੈ ਵੀ ਤੁਸੀਂ ਰੰਗ ਪਾ ਖੇਡ ਲਓ। ਦੂਜੇ ਦਾ ਮੂੰਹ ਕਾਲਾ ਕਰਨ ਲੱਗੇ ਹੋਏ ਆ। ਵੈਸੇ ਨਾ ਜਿੱਥੇ ਮਨੁੱਖਤਾ 'ਚ ਵੰਡੀਆਂ ਪਾਈਆਂ, ਖੱਤਰੀ, ਬ੍ਰਾਹਮਣ, ਸੂਦ, ਵੈਸ, 4 ਵਰਨਾਂ 'ਚ ਵੰਡਿਆ, ਉੱਥੇ ਤਿਉਹਾਰ ਵੀ ਵੰਡੇ। ਤੁਹਾਨੂੰ ਪਤਾ ਪੁਜਾਰੀ ਕਹਿਣ ਲੱਗਿਆ ਮੈਂ ਵਿਸਾਖੀ ਮਨਾਇਆ ਕਰੂੰ। ਜਿਹੜਾ ਦੁਸਹਿਰਾ ਸੀ ਉਹ ਖੱਤਰੀਆਂ ਦੇ ਖਾਤੇ ਪਾਤਾ, ਜਿਹੜੀ ਦੀਵਾਲੀ ਉਹ ਵੈਸਾਂ ਦੇ ਖਾਤੇ ਪਾਤੀ, ਤੇ ਜਿਹੜੀ ਸੀ ਹੋਲੀ ਸ਼ੂਦਰਾਂ ਦੀ ਝੋਲੀ 'ਚ ਪਾਤੀ। ਕਹਿਣ ਲੱਗੇ ਤੁਹਾਡੇ ਵਾਸਤੇ ਬੱਚਿਆ ਕੁਛ ਆਹੀ ਰਹਿੰਦਾ, ਤੁਸੀਂ ਮੂੰਹ ਲਵੇੜ ਲਵੇੜ ਖੇਡ ਲਿਆ ਕਰੋ। ਆਖੋ ਸਤਨਾਮ। ਦੇਖੋ ਜੀ, ਮੈਂ ਹੈਰਾਨ ਹੋ ਜਾਣਾ ਪੜ੍ਹ ਕੇ, ਪੂਰੀ ਡਿਟੇਲ ਨਹੀਂ ਤੁਹਾਨੂੰ ਸੁਣਾ ਰਿਹਾ, ਬੇਨਤੀ ਆ ਤੁਸੀਂ ਆਪ ਸਿਆਣੇ ਆ, ਸਮਝ ਜਾਇਓ। ਜਿੰਨੇ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਹੈ, ਆਪਾਂ ਹੋਲੀ ਨਹੀਂ ਖੇਡਣੀ। ਹੋਲਾ ਮਹੱਲੇ ਦੇ ਮਾਲਕ ਹੈ ਆਪਾਂ, ਵਾਰਸ ਬਣਾ ਕੇ ਗਿਆ ਆਪਣਾ ਗੁਰੂ ਆਪਾਂ ਨੂੰ। ਆਪਾਂ ਕਿਸੇ ਦਾ ਦੂਜੇ ਦਾ ਤੇ ਮੂੰਹ ਕਾਲਾ ਕਰਨਾ ਜੀ ਕੀ ਹੁੰਦਾ ਭਲਾ? ਬੋਲੋ ਜੀ। ਦੂਜੇ ਦਾ ਮੂੰਹ ਕਾਲਾ ਕਰਦੇ ਕੀ ਬੰਦਾ ਭਲਾ? ਤੁਹਾਨੂੰ ਪਤਾ ਹੀ ਹੈ। ਹਾਂ, ਇਹ ਆਪਦੇ ਆਪਾਂ ਨੂੰ ਸਮਝ ਲੈਣਾ ਚਾਹੀਦਾ ਵੀ ਜਦੋਂ ਸਾਡੇ ਕੋਈ ਮੂੰਹ 'ਤੇ ਰੰਗ ਮਲਦਾ ਨਾ, ਇਹਦਾ ਮਤਲਬ ਤੇਰੀ ਬੇਇੱਜ਼ਤੀ ਕਰਦਾ ਹੈ, ਤੇਰਾ ਮੂੰਹ ਕਾਲਾ ਕਰਦਾ ਹੈ। ਆਖੋ ਸਤਨਾਮ। ਮੈਂ ਸਪਸ਼ਟ ਹੀ ਕਹਿ ਦੇਣਾ ਤੁਹਾਨੂੰ, ਚੱਲ ਸਮਝ ਆ ਜਾਏ ਤਾਂ ਕਿ ਇਹ ਨਹੀਂ ਕੰਮ ਕਰਨਾ। ਜੇ ਗੁਰੂ ਦਾ ਦਿੱਤਾ ਹੋਇਆ ਹੋਲਾ ਮਹੱਲਾ ਚੰਗਾ ਲੱਗਦਾ ਜੀ, ਵੱਲੋਂ ਆਪਾਂ ਨੂੰ ਮਨਜ਼ੂਰ ਹੈ। ਫਿਰ ਆਪਣੇ ਬੱਚਿਆਂ ਨੂੰ ਕਹਿਣਾ ਜਾ ਕੇ ਵੀ ਅੱਜ ਤੋਂ ਬਾਅਦ ਬੇਟਾ ਇਹ ਕੰਮ ਨਹੀਂ ਕਰਨਾ, ਹੋਲਾ ਮਹੱਲਾ, ਗੁਰਬਾਣੀ ਪੜ੍ਹੋ, ਅੱਜ ਆਪਣੇ ਘਰੇ ਜਪਜੀ ਸਾਹਿਬ ਦਾ ਪਾਠ ਕਰੋ, ਇਸ਼ਨਾਨ ਕਰੋ, ਧੋਤੇ ਵਸਤਰ ਪਾਓ, ਗੁਰਦੁਆਰਾ ਸਾਹਿਬ ਜਾਓ। ਤੇ ਆਪਾਂ ਨੂੰ ਆਪਣੇ ਗੁਰੂ ਨੂੰ ਫੋਲੋ ਕਰਨਾ ਚਾਹੀਦਾ ਜੀ, ਨਾ ਕਿ ਐਵੇਂ ਮਤਲਬ ਕਿ ਪਿਛ ਲੱਗ ਨਹੀਂ ਹੈਗੀ। ਆਪਾਂ ਪਿਛ ਲੱਗ ਤਾਂ ਸਮਝਦੇ ਹੋ ਵੀ ਮੱਖੀ ਤੇ ਮੱਖੀ ਮਾਰਨ ਵਾਲੇ ਵੀ, ਉਹ ਫਲਾਣੇ ਨੇ ਕੀਤਾ ਆਪਾਂ ਵੀ ਕੀਤਾ, ਉਹਨੇ ਕੀਤਾ ਮੈਂ ਵੀ ਕੀਤਾ, ਉਹਨੇ ਕੀਤਾ ਮੈਂ ਵੀ ਕੀਤਾ। ਉਹ ਇਹ ਪੁਰਾਣਾ ਜ਼ਹਿਰ ਹੈ। ਵਿਦਵਾਨ ਕਹਿੰਦੇ ਪੁਰਾਣਾ ਜ਼ਹਿਰ, ਉਹ ਪੁਰਾਣਾ ਜ਼ਹਿਰ ਖਾ ਕੇ ਮਰੋਗੇ। ਅੰਮ੍ਰਿਤ ਹੈ ਗੁਰਬਾਣੀ ਦੀਆਂ ਵਿਚਾਰਾਂ, ਗੁਰ ਇਤਿਹਾਸ ਦੀਆਂ ਵਿਚਾਰਾਂ। ਓਏ ਅੰਮ੍ਰਿਤ ਪੀ ਲਓ, ਆ ਜਾਓ ਭਾਗਾਂ ਵਾਲਿਓ, ਆ ਜਾਓ ਅੰਮ੍ਰਿਤ ਪੀ ਲਓ। ਆਹ ਗੁਰੂ ਦਾ ਇਤਿਹਾਸ ਅੰਮ੍ਰਿਤ ਨਾਲ ਜੋੜਦਾ ਹੈ। ਆਖੋ ਸਤਨਾਮ। ਤੇ ਹੁਣ ਤਾਂ ਤੁਹਾਨੂੰ ਸਮਝ 'ਚ ਆ ਗਈ ਹੋਣੀ ਹੈ ਜੀ। ਮੇਰੀ ਬੇਨਤੀ ਹੈ, ਬਿਲਕੁਲ ਨਹੀਂ। ਹਾਂ, ਤੁਸੀਂ ਭਾਵ ਕਿ ਵਿਸਾਖੀ ਆਊਗੀ, ਵਿਸਾਖੀ ਵਾਲੇ ਦਿਨ ਤੁਸੀਂ ਉਦਣ ਵੀ ਧੋਤੇ ਸੋਹਣੇ ਕੱਪੜੇ ਪਾਓ। 1699 ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਖਾਲਸਾ ਪ੍ਰਗਟ ਕੀਤਾ ਖੰਡੇ ਬਾਟੇ ਦੇ ਅੰਮ੍ਰਿਤ ਦੇ ਵਿੱਚੋਂ। ਕੋਈ ਆਪਣੇ ਘਰੇ ਪਾਠ ਕਰੇ, ਸਹਿਜ ਪਾਠ ਕਰੇ, ਕੋਈ ਖੰਡ ਪਾਠ ਕਰਾਵੇ, ਕੋਈ ਭਾਵ ਕੇ ਕੁਛ ਵੀ ਕਰੇ। ਚੱਲ ਗੁਰਦੁਆਰਾ ਸਾਹਿਬ ਆਵੇ, ਇਸ਼ਨਾਨ ਪਾਣੀ ਕਰਕੇ ਗੁਰੂ ਦੇ ਚਰਨਾਂ ਵਿੱਚ ਆ ਕੇ ਹਾਜ਼ਰੀ ਲਵਾਵੇ, ਧੰਨਵਾਦ ਕਰੇ ਪਾਤਸ਼ਾਹ ਦਾ। ਗੁਰਪੁਰਬ ਤਾਂ ਚਲੋ ਆਪਾਂ ਮਨਾਉਣੇ। ਵੈਸੇ ਤਾਂ ਮੈਂ ਨਾ ਇੱਕ ਦਿਨ ਆਪਣੀ ਕਮੇਟੀ ਵਾਲੇ ਨਾਲ ਰਾਏ ਕਰ ਰਿਹਾ ਸੀ, ਮੈਂ ਕਿਹਾ ਵੀ ਆਪਾਂ ਨੂੰ ਸਾਰੇ 10 ਪਾਤਸ਼ਾਹੀਆਂ ਦੇ ਗੁਰਪੁਰਬ ਮਨਾਉਣੇ ਚਾਹੀਦੇ ਆ, ਔਰ ਮੇਰੇ ਵਰਗੇ ਨੂੰ 10 ਪਾਤਸ਼ਾਹੀਆਂ ਦਾ ਇਤਿਹਾਸ ਸੁਣਾਉਣਾ ਚਾਹੀਦਾ। ਆਪਾਂ 3 ਕਦੀ ਖਲੋ ਕੇ ਗੁਰੂ ਨਾਨਕ ਪਾਤਸ਼ਾਹ ਦਾ, 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਤੇ 10ਵੇਂ ਪਾਤਸ਼ਾਹ ਦਾ,
ਆਪਾਂ ਨੂੰ ਤਕਰੀਬਨ ਸਾਰੇ ਹੀ ਮਨਾਉਣੇ ਚਾਹੀਦੇ ਆ। ਜਿੱਦਣ ਆਪਾਂ ਸਾਰੇ ਮਨਾਉਣੇ ਸ਼ੁਰੂ ਕਰ ਦਿੱਤੇ ਨਾ, ਕਬੀਰ ਸਾਹਿਬ ਦਾ, ਭਗਤ ਰਵਿਦਾਸ ਜੀ ਮਹਾਰਾਜ ਜੀਆਂ ਦਾ, ਭਗਤ ਨਾਮਦੇਵ ਜੀ ਦਾ, ਕਬੀਰ ਸਾਹਿਬ ਦਾ, ਸਾਰੇ ਭਗਤਾਂ ਦਾ ਜਦੋਂ ਆਪਾਂ ਗੁਰਪੁਰਬ ਮਨਾਉਣਾ ਸ਼ੁਰੂ ਕਰ ਦਿੱਤੇ ਤੇ ਤੁਸੀਂ ਦੇਖਿਓ ਕਿੱਦਾਂ ਰੰਗ ਲੱਗਦਾ ਹੈ। ਅਜੇ ਤਾਂ ਅਸੀਂ ਮਤਲਬ ਤੁਰੇ ਹੀ ਨਹੀਂ ਇੱਧਰਲੇ ਪਾਸੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਇਹ ਹੋਲੀ ਚਲੋ ਜਿਨ੍ਹਾਂ ਦਾ ਤਿਉਹਾਰ ਹੈ ਜੀ ਉਹ ਖੇਡਣ, ਉਹਨਾਂ ਨੂੰ ਆਪਾਂ ਮਨਾ ਹੀ ਨਹੀਂ ਕਰ ਸਕਦੇ, ਉਹ ਆਪਦੀ ਆਹੋ ਰੱਖ ਭਾ ਕੇ ਮਨਾਉਣ। ਪਰ ਸਿੱਖਾ ਤੈਨੂੰ ਹੋਲੀ ਨਹੀਂ, ਤੈਨੂੰ ਹੋਲਾ ਮਹੱਲਾ ਦਿੱਤਾ ਹੋਇਆ। ਆਖੋ ਸਤਿਨਾਮ। ਤੁਹਾਡਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ